ਮੁਖ ਤੇ ਸ੍ਰੀ ਪ੍ਰਭ ਨਾਮ ਉਚਾਰੋ, ਅਨ ਅਗਨ ਹਮ ਦੇਵੈ ਦੋ। ਗਹੇ ਜੋ ਮਤ ਹਮਾਰ ਸਭ ਕੋ, ਗੁਰੂ ਕਹੈ ਜੇ ਸਿੱਖੀ ਤਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜੁਗੋ ਜੁਗ ਅਟਲ ਚਵਰ ਛਤਰ, ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਸੁੰਦਰ ਸਤਿਗੁਰਾਂ ਦੇ ਜੀਵਨ ਕੌਤਕਾਂ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਅੱਜ ਧੰਨ ਗੁਰੂ ਕਲਗੀਧਰ ਸਾਹਿਬ ਦਸ਼ਮੇਸ਼ ਪਿਤਾ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੂਸਰੇ ਮਹਿਲ ਸਾਡੇ ਅਤੀ ਸਨਮਾਨਯੋਗ ਮਾਤਾ ਸੁੰਦਰ ਕੌਰ ਜੀ ਦਾ ਜਨਮ ਦਿਹਾੜਾ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾ ਰਹੀਆਂ ਹਨ। ਮਾਤਾ ਜੀ ਦਾ ਜਨਮ ਭਾਈ ਰਾਮ ਸ਼ਰਨ ਜੀ ਜੋ ਲਾਹੌਰ ਦੇ ਨਿਵਾਸੀ ਸਨ, ਜ਼ਿਲ੍ਹਾ ਹੁਸ਼ਿਆਰਪੁਰ ਬਜਵਾੜਾ ਨਗਰ ਦੇ ਵਿੱਚ ਹੋਇਆ। ਆਪ ਜੀ ਦਾ ਆਨੰਦ ਕਾਰਜ ਸਤਿਗੁਰਾਂ ਦੇ ਨਾਲ 7 ਵੈਸਾਖ ਸਨ 1684 ਨੂੰ ਹੋਇਆ। ਸਨ 1687 ਨੂੰ ਆਪ ਜੀ ਦੇ ਕੁੱਖ ਤੋਂ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਹੈ। ਜਿਸ ਵਕਤ ਆਨੰਦਪੁਰ ਦਾ ਕਿਲ੍ਹਾ ਸਤਿਗੁਰਾਂ ਨੇ ਛੱਡਿਆ ਹੈ, ਉਸ ਵਕਤ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਸਾਹਿਬ ਤੇ ਭਾਈ ਜਵਾਰ ਸਿੰਘ ਆਪ ਜੀ ਨੂੰ ਦਿੱਲੀ ਲੈ ਕੇ ਜਾਂਦੇ ਨੇ। ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਦਰਸ਼ਨ ਹੋਏ। ਸਤਿਗੁਰੂ ਦਮਦਮਾ ਸਾਹਿਬ ਤੋਂ ਅਬਚਲ ਨਗਰ ਵਿਖੇ ਜਾਂਦੇ ਹਨ। ਮਾਤਾ ਸੁੰਦਰ ਕੌਰ ਜੀ ਦਿੱਲੀ ਵਿਖੇ ਨਿਵਾਸ ਰੱਖਦੇ ਨੇ। ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਅਬਚਲ ਨਗਰ ਵਿਖੇ ਜੋਤੀ ਜੋਤ ਸਮਾਉਣ ਉਪਰੰਤ ਜਿਹੜੀ ਕੌਮ ਦੀ ਅਗਵਾਈ ਸੀ ਉਹ ਮਾਤਾ ਸੁੰਦਰ ਕੌਰ ਜੀ ਨੇ ਕੀਤੀ ਹੈ। ਸਨ 1708 ਤੋਂ ਲੈ ਕੇ ਸਨ 1747 ਤਕਰੀਬਨ 39 ਸਾਲ, ਅਤੇ ਐਸੀ ਹੋਰ ਕਿਤੇ ਮਿਸਾਲ ਕਿਸੇ ਧਰਮ ਵਿੱਚ ਨਹੀਂ ਮਿਲਦੀ ਕਿ ਕਿਸੇ ਔਰਤ ਨੇ ਇੰਨਾ ਲੰਮਾ ਸਮਾਂ ਕਿਸੇ ਕੌਮ ਦੀ ਅਗਵਾਈ ਕੀਤੀ ਹੋਵੇ। ਜਿਹੜੀ ਕੌਮ ਦੀ ਅਗਵਾਈ ਤਕਰੀਬਨ 39 ਸਾਲ ਮਾਤਾ ਸੁੰਦਰ ਕੌਰ ਜੀ ਨੇ ਸਿੱਖ ਕੌਮ ਦੀ ਕੀਤੀ ਹੈ। ਅੱਜ ਵੀ ਪੂਰਬ ਵਾਲੇ ਜਿਹੜੇ ਗੁਰਦੁਆਰੇ ਹਨ ਉਹਨਾਂ ਗੁਰੂ ਘਰਾਂ ਦੇ ਵਿੱਚ ਮਾਤਾ ਜੀ ਵੱਲੋਂ ਭੇਜੇ ਹੋਏ ਹੁਕਮਨਾਮੇ ਮਿਲ ਜਾਂਦੇ ਨੇ। ਭਾਈ ਮਣੀ ਸਿੰਘ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਬਖਸ਼ਣੀ, ਇੱਥੋਂ ਦੀ ਸੇਵਾ ਸੰਭਾਲ ਵਾਸਤੇ ਭੇਜਣਾ, ਗੁਰੂ ਕਲਗੀਧਰ ਸਾਹਿਬ ਜੀ ਦੀ ਬਾਣੀ ਇਕੱਤਰ ਕਰਵਾਉਣੀ, ਜੱਸਾ ਸਿੰਘ ਆਹਲੂਵਾਲੀਆ ਸੁਲਤਾਨ ਉਲ ਕੌਮ ਇਹਨਾਂ ਨੂੰ ਵੀ ਆਪਣੇ ਪਾਸ ਰੱਖ ਕੇ ਵਿਦਿਆ ਦਾ ਅਧਿਐਨ ਕਰਵਾਉਣਾ। ਇਸ ਤਰ੍ਹਾਂ ਮਾਤਾ ਸੁੰਦਰ ਕੌਰ ਜੀ ਨੇ ਲੰਮਾ ਸਮਾਂ ਕੌਮ ਦੀ ਅਗਵਾਈ ਕੀਤੀ ਹੈ। ਅੱਜ ਮਾਤਾ ਸੁੰਦਰ ਕੌਰ ਜੀ ਦਾ ਜਨਮ ਦਿਹਾੜਾ ਹੈ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਆਓ ਗੁਰ ਸੰਗਤ ਜੀ, ਜੋ ਲੜੀਵਾਰ ਕਥਾ ਆਪਾਂ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਨਮ ਸਾਖੀ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸਤਿਗੁਰੂ ਜੀ ਇਸ ਇਲਾਕੇ ਵਿੱਚ ਗਏ ਹਨ ਜਿਸ ਦੇਸ਼ ਦੇ ਵਿੱਚ ਨਾ ਤੇ ਅੱਗ ਸੀ ਨਾ ਅੰਨ ਸੀ। ਜਦੋਂ ਸਤਿਗੁਰੂ ਨਗਰ ਦੇ ਬਾਰ-ਬਾਰ ਬਿਰਾਜਦੇ ਨੇ, ਇੱਕ
ਇੱਕ ਅਯਾਲੀ ਦੁੰਬੇ ਚਾਰਨ ਵਾਲਾ ਉੱਥੇ ਪਹੁੰਚਦਾ ਹੈ। ਸਤਿਗੁਰੂ ਜੀ ਦੇ ਦੀਦਾਰ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਮੈਨੂੰ ਹੁਕਮ ਕਰੋ, ਮੈਂ ਆਪ ਜੀ ਲਈ ਪਕਵਾਨ ਤਿਆਰ ਕਰਾਂ, ਇਹ ਜਿਹੜਾ ਮਾਸ ਹੈ ਉਹ ਤਿਆਰ ਕਰਾਂ। ਕਿਉਂਕਿ ਇੱਥੋਂ ਦਾ ਇਹ ਨੇਮ ਹੈ ਕਿ ਜਿਹੜਾ ਵੀ ਕੋਈ ਬਾਹਰੋਂ ਸਾਧੂ ਮਹਾਤਮਾ ਚੱਲ ਕੇ ਆਏ ਤੇ ਪਹਿਲੀ ਵਾਰ ਜਿਸ ਨੂੰ ਮਿਲਦਾ ਹੈ ਉਹੋ ਹੀ ਉਹਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ। ਹੁਣ ਮੇਰੇ ਲਾਇਕ ਆਪ ਸੇਵਾ ਬਖਸ਼ੋ, ਕਿਉਂਕਿ ਉੱਥੋਂ ਦੀ ਰੀਤ ਸੀ 2 ਪੱਥਰਾਂ ਦੇ ਵਿੱਚ ਮਾਸ ਰੱਖ ਕੇ 1.25 ਪੈਰ ਸੂਰਜ ਦੇ ਮੰਤਰ ਪੜ੍ਹਦੇ ਸਨ, ਤੇ ਜਦੋਂ ਉਹ ਮਾਸ ਭੁੱਜ ਜਾਂਦਾ ਸੀ ਤੇ ਫਿਰ ਉਹਨੂੰ ਖਾ ਕੇ ਪੇਟ ਦੀ ਪੂਰਤੀ ਕਰਦੇ ਸਨ। ਸਤਿਗੁਰਾਂ ਦੇ ਅੱਗੇ ਇੱਕ ਦੁੰਬਾ ਮਾਰ ਕੇ ਲਿਆਂਦਾ। ਜਦੋਂ ਉਹਦਾ ਮਾਸ ਤਿਆਰ ਕਰਕੇ ਅੱਗੇ ਰੱਖਿਆ, ਗੁਰਦੇਵ ਉਸ ਅਯਾਲੀ ਨੂੰ ਕਹਿਣ ਲੱਗੇ ਕਿ ਇਹਦੇ ਜਿਹੜੇ ਅਸਤ ਹਨ, ਹੱਡੀਆਂ ਅਤੇ ਜਿਹੜੀ ਖਾਲ ਉਧੇੜੀ ਹੈ ਉਹ ਵੀ ਲਿਆ ਕੇ ਰੱਖੋ। ਜਦੋਂ ਲਿਆ ਕੇ ਰੱਖੀ ਹੈ ਤੇ ਗੁਰਦੇਵ ਨੇ ਉਸ ਵੇਲੇ ਉਸ ਦੁੰਬੇ ਦੇ ਤਾਈਂ ਕਿਹਾ ਕਿ ਉੱਠ ਤੇ ਉੱਠ ਕੇ ਘਾਹ ਚਰ। ਇਹਨਾਂ ਬਚਨ ਗੁਰਦੇਵ ਨੇ ਕੀਤਾ ਤੇ ਉਹ ਜੀਵਤ ਹੋ ਗਿਆ, ਉੱਠ ਕੇ ਘਾਹ ਚਰਨ ਲੱਗਾ। ਇਹ ਦੇਖ ਕੇ ਅਯਾਲੀ ਬੜਾ ਹੈਰਾਨ ਹੋਇਆ, ਮਹਾਰਾਜ ਦੇ ਚਰਨੀ ਪੈ ਗਿਆ, ਜਾਣ ਗਿਆ ਕਿ ਪੂਰਨ ਪੁਰਖ ਹਨ, ਕਰਤਾ ਪੁਰਖ ਹਨ। ਕਹਿਣ ਲੱਗਾ ਹੱਥ ਜੋੜ ਕੇ, ਮਹਾਰਾਜ ਮੇਰੇ ਲਾਇਕ ਕੋਈ ਸੇਵਾ। ਸਤਿਗੁਰੂ ਜੀ ਕਹਿੰਦੇ ਨੇ ਜਾ ਕੇ ਕਿਸੇ ਸ਼ਾਹੂਕਾਰ ਨੂੰ ਲੈ ਕੇ ਆ। ਇਹ ਗਿਆ, ਜਾ ਕੇ ਸਤਿਗੁਰਾਂ ਦੀ ਮਹਿਮਾ ਸ਼ਾਹੂਕਾਰ ਨੂੰ ਦੱਸੀ ਹੈ। ਉਹ ਸ਼ਾਹੂਕਾਰ ਚੱਲ ਕੇ ਅਯਾਲੀ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ। ਗੁਰਦੇਵ ਕਹਿਣ ਲੱਗੇ ਕਿ ਜੇ ਕਿਸੇ ਪਾਸ ਅੰਨ ਹੈ ਤੇ ਉਹ ਲੈ ਕੇ ਆਓ। ਸ਼ਾਹੂਕਾਰ ਕਹਿਣ ਲੱਗਾ, ਮਹਾਰਾਜ ਇੱਥੇ ਤਾਂ ਅੰਨ ਕਿਸੇ ਪਾਸ ਨਹੀਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਫਿਰ ਇਹ ਬਚਨ ਕਿਹਾ ਕਿ ਜੇ ਤੁਸੀਂ ਸਿੱਖੀ ਧਾਰਨ ਕਰੋ, ਪ੍ਰਭੂ ਦਾ ਸਿਮਰਨ ਕਰੋ, ਨਾਮ ਜਪੋ, ਤੇ ਫਿਰ ਤੁਹਾਡੇ ਇਲਾਕੇ ਵਿੱਚ ਅਸੀਂ ਅੰਨ ਵੀ ਦੇਵਾਂਗੇ ਤੇ ਅੱਗ ਵੀ ਦੇਵਾਂਗੇ। ਜਿਸ ਤਰ੍ਹਾਂ ਗੁਰਦੇਵ ਨੇ ਇਹਨਾਂ ਦੇ ਨਗਰ ਵਿੱਚ ਇਹ ਰਹਿਮਤ ਕੀਤੀ ਹੈ। ਇੱਕ ਤਾਂ ਜਿਹੜੀ ਮਨ ਦੀ ਖੁਰਾਕ ਉਹ ਪ੍ਰਭੂ ਦਾ ਨਾਮ ਹੈ, ਭੁੱਲਿਆਂ ਨੂੰ ਸਿੱਧੇ ਰਸਤੇ ਪਾਇਆ ਤੇ ਨਾਮ ਦੀ ਦਾਤ ਦਿੱਤੀ ਹੈ। ਅਤੇ ਇਸ ਇਲਾਕੇ ਵਿੱਚ ਜਿਹੜਾ ਕਾਲ ਪਿਆ ਸੀ ਉਹ ਵੀ ਮਹਾਰਾਜ ਜੀਆਂ ਨੇ ਚਰਨ ਪਾ ਕੇ ਦੂਰ ਕੀਤਾ ਹੈ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਦੀ ਕਥਾ ਆ ਰਹੀ ਹੈ, ਇਸ ਤੋਂ ਬਾਅਦ ਸਤਿਗੁਰੂ ਕਸ਼ਮੀਰ ਦੀ ਧਰਤੀ ਤੇ ਜਾਣਗੇ, ਬ੍ਰਹਮਦਾਸ ਦਾ ਉਧਾਰ ਕਰਨਗੇ। ਉਸ ਤੋਂ ਬਾਅਦ ਸਤਿਗੁਰੂ ਵਲੀ ਕੰਧਾਰੀ ਦਾ ਉਧਾਰ ਕਰਦੇ ਹਨ। ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਜੋ ਕਥਾ ਹੈ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਸਮੁੱਚੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਕਹੈ ਜੇ ਸਿੱਖੀ ਧਾਰੋ। ਸਤਿਗੁਰੂ ਸ਼ਾਹੂਕਾਰ ਨੂੰ ਕਹਿਣ ਲੱਗੇ ਕਿ ਜਾ ਕੇ ਅੰਨ ਲੈ ਕੇ ਆ। ਤੇ ਸ਼ਾਹੂਕਾਰ ਕਹਿੰਦਾ ਹੈ ਕਿ ਅੰਨ ਨਾ ਉਪਜਤ ਸੁਨ ਦਰਵੇਸ਼ਾ, ਆਮਕ ਖਾਨ ਕਰੈ ਨਰ ਸਭ ਹੀ, ਤੁਮ ਜੇ ਚਾਹੋ ਲਿਆਓ ਮੈਂ ਅਬ ਹੀ। ਇੱਥੋਂ ਦੇ ਲੋਕ ਤਾਂ ਮਾਸ ਖਾ ਕੇ ਆਪਣਾ ਪੇਟ ਭਰਦੇ ਨੇ, ਗੁਜ਼ਾਰਾ ਚਲਾਉਂਦੇ ਨੇ। ਜੇ ਤੁਸੀਂ ਹੁਕਮ ਕਰੋ ਤੇ ਮੈਂ ਲੈ ਆਵਾਂ। ਤੇ ਸਤਿਗੁਰੂ ਜੀ ਕਹਿਣ ਲੱਗੇ, ਸੁਣੋ ਫਿਰ, ਜੇ ਤੁਸੀਂ ਸਿੱਖੀ ਨੂੰ ਧਾਰਨ ਕਰੋਗੇ, ਮੁਖ ਤੇ ਸ੍ਰੀ ਪ੍ਰਭ ਨਾਮ ਉਚਾਰੋ। ਆਪਣੇ ਮੁਖ ਤੋਂ ਪ੍ਰਭੂ ਦਾ ਨਾਮ ਜਪੋ, ਸਿਮਰਨ ਕਰੋ, ਬੰਦਗੀ ਕਰੋ। ਅੰਨ ਅਗਨ ਹਮ ਦੇਵੈ ਦੋ। ਤੇ ਤੁਹਾਡੇ ਇਸ ਇਲਾਕੇ ਨੂੰ ਅਸੀਂ ਅੰਨ ਅਤੇ ਅੱਗ, ਇਹ ਦੋਵੇਂ ਚੀਜ਼ਾਂ ਦੀ ਕਮੀ ਹੈ ਨਾ, ਤੇ ਦੋਨੋਂ ਹੀ ਬਖਸ਼ਾਂਗੇ। ਭਾਵ ਇਹੋ ਹੀ ਹੈ ਕਿ ਜਿਹੜੇ ਲੋਕਾਂ ਨੇ ਪ੍ਰਭੂ ਦਾ ਸਿਮਰਨ ਭੁਲਾ ਦਿੱਤਾ, ਉਸ ਨਗਰ ਦੇ ਵਿੱਚ ਸੱਚਮੁੱਚ ਇਸ ਤਰ੍ਹਾਂ ਕਾਲ ਪੈ ਜਾਂਦਾ ਹੈ ਕਿ ਸਭ ਕੁਝ ਹੁੰਦਿਆਂ ਹੋਇਆਂ ਵੀ ਜਿਹੜੀ ਬੰਦੇ ਨੂੰ ਲੋੜ ਹੈ ਅੰਨ ਦੀ, ਪੇਟ ਦੀ ਪੂਰਤੀ ਵਾਸਤੇ, ਜਦੋਂ ਉਹੀ ਨਾ ਮਿਲੇ ਤੇ ਫਿਰ ਬੰਦਾ ਖਾਵੇਗਾ ਕੀ? ਫਿਰ ਉਹ ਧਨ ਨੂੰ ਕੀ ਕਰੇਗਾ, ਜਗੀਰਾਂ ਨੂੰ ਕੀ ਕਰੇਗਾ? ਇਸ ਕਰਕੇ ਗੁਰਦੇਵ ਨੇ ਇਹਨਾਂ ਨੂੰ ਉਪਦੇਸ਼ ਦੇਣ ਵਾਸਤੇ ਪਹਿਲਾਂ ਤੇ ਕੌਤਕ ਵਰਤਾਇਆ। ਅਯਾਲੀ ਦੇ ਮਨ 'ਚ ਭਾਵਨਾ ਬੱਝੀ, ਸ਼ਾਹੂਕਾਰ ਨੂੰ ਲੈ ਕੇ ਆਇਆ। ਇਹਨੂੰ ਉਪਦੇਸ਼ ਦਿੰਦੇ ਨੇ ਸਤਿਗੁਰੂ, ਗੁਰੂ ਕਹੈ ਜੇ ਸਿੱਖੀ ਧਾਰੋ, ਮੁਖ ਤੇ ਸ਼੍ਰੀ ਪ੍ਰਭ ਨਾਮ ਉਚਾਰੋ। ਅੰਨ ਅਗਨ ਹਮ ਦੇਵੈ ਦੋ, ਅੰਨ ਤੇ ਅੱਗ ਅਸੀਂ ਤੁਹਾਨੂੰ ਦੋਨੋਂ ਹੀ ਦਵਾਂਗੇ। ਗਹੇ ਜੋ ਮਤ ਹਮਾਰ ਸਭ ਕੋ। ਜਿਹੜਾ ਸਿੱਖੀ ਦਾ ਮਾਰਗ ਤੁਹਾਨੂੰ ਦੇ ਰਹੇ ਆ ਨਾ,
ਜੇ ਤੁਸੀਂ ਸਿੱਖੀ ਧਾਰਨ ਕਰੋ, ਸਾਡੇ ਉਪਦੇਸ਼ ਨੂੰ ਧਾਰਨ ਕਰੋਗੇ। ਇਉ ਸੁਨ ਭਾ ਅਧੀਨ ਬਹੁ ਸ਼ਾਹੂ। ਇਹ ਉਪਦੇਸ਼ ਸੁਣ ਕੇ ਸਤਿਗੁਰਾਂ ਦਾ ਜਿਹੜਾ ਸ਼ਾਹੂਕਾਰ ਸੀ ਬੜਾ ਅਧੀਨ ਹੋ ਗਿਆ। ਸੰਤ ਰੂਪ ਤੁਮ ਬੇਪਰਵਾਹੂ। ਕਹਿਣ ਲੱਗਾ ਆਪ ਜੀ ਪੂਰਨ ਸੰਤ ਹੋ ਤੇ ਬੇਪਰਵਾਹ ਹੋ। ਜੇ ਦਵੈ ਦੇਹੋ ਹੋਏ ਸਿੱਖ ਸਭ ਹੀ। ਮਹਾਰਾਜ ਜੇ ਤੁਸੀਂ ਦੋਵੇਂ ਦਾਤਾਂ ਸਾਨੂੰ ਦਵੋ, ਸਾਡੇ ਨਗਰ ਨੂੰ ਤੁਸੀਂ ਅੰਨ ਦਓ, ਅੱਗ ਦਓ, ਜੇ ਦੋਵੇਂ ਵਸਤੂਆਂ ਤੁਸੀਂ ਸਾਡੀ ਝੋਲੀ ਪਾਵੋ, ਤੁਮਰਾ ਗ੍ਰਹਿਣ ਕਰੈ ਮਤ ਅਬਹੀ। ਫਿਰ ਜਿਹੜਾ ਮਾਰਗ ਤੁਸੀਂ ਸਾਨੂੰ ਦੱਸਦੇ ਹੋ ਨਾ, ਜਿਹੜੇ ਰਸਤੇ ਤੇ ਤੁਸੀਂ ਸਾਨੂੰ ਤੋਰਨਾ ਹੈ, ਸਤਿਗੁਰੂ ਜੇ ਸਾਨੂੰ ਦੋਵੇਂ ਦਾਤਾਂ ਦਓ ਤੇ ਫਿਰ ਅਸੀਂ ਕਿਉਂ ਨਾ ਇਸ ਮਾਰਗ ਦੇ ਉੱਤੇ ਤੁਰਾਂਗੇ। ਕਿਰਪਾ ਧਾਰ ਗੁਰ ਬੈਨ ਉਚਾਰੇ। ਕਿਰਪਾ ਦੇ ਘਰ ਸਤਿਗੁਰੂ ਜੀ ਨੇ ਇਸ ਤਰ੍ਹਾਂ ਬਚਨ ਕਹੇ। ਖੋਜ ਲਿਆਓ ਕਛ ਅੰਨ ਤੁਮਾਰੇ। ਮਹਾਰਾਜ ਕਹਿੰਦੇ ਜਾਓ ਫਿਰ ਆਪਣੇ ਨਗਰ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਥੋੜਾ ਬਹੁਤਾ ਅੰਨ ਕਿਸੇ ਘਰੋਂ ਮਿਲ ਜਾਵੇ ਤੇ ਲੈ ਆਵੋ। ਇਉ ਸੁਨ ਸ਼ਾਹੂ ਨਗਰ ਮਹਿ ਆਇਓ। ਇਹ ਬਚਨ ਸੁਣ ਕੇ ਸਤਿਗੁਰਾਂ ਦਾ ਉਹ ਸ਼ਾਹੂਕਾਰ ਆਪਣੇ ਨਗਰ ਦੇ ਵਿੱਚ ਆ ਗਿਆ। ਬਹੁਤ ਸਦਨ ਮੈਂ ਅੰਨ ਖੁਜਾਓ। ਬੜੇ ਘਰਾਂ ਦੇ ਵਿੱਚ ਜਾ ਕੇ ਅੰਨ ਲੱਭਣ ਲੱਗਾ ਕਿ ਕਿਸੇ ਨਾ ਕਿਸੇ ਘਰ ਦੇ ਵਿੱਚੋਂ ਮਿਲ ਜਾਵੇ, ਜਾਂ ਕੋਈ ਨਗਰ ਤੋਂ ਬਾਹਰ ਜਾਂਦਾ ਹੋਵੇ ਤੇ ਉਹਨੇ ਘਰੇ ਲਿਆ ਕੇ ਰੱਖਿਆ ਹੋਵੇ, ਕਿਸੇ ਘਰੋਂ ਅੰਨ ਮਿਲ ਜਾਵੇ। ਦੋਹਰਾ ਏਕ ਸ਼ੇਰ ਗੋਤੂਮਪੁਰ। ਲੱਭਦਿਆਂ ਲੱਭਦਿਆਂ ਇੱਕ ਘਰ ਦੇ ਵਿੱਚੋਂ ਇੱਕ ਸ਼ੇਰ, ਗੋਤੂਮ ਕਹੀਦਾ ਹੈ ਕਣਕ ਨੂੰ, ਇੱਕ ਸ਼ੇਰ ਕਣਕ ਕਿਸੇ ਦੇ ਘਰੋਂ ਮਿਲ ਗਈ ਹੈ। ਖੋਜ ਤੇ ਆਈ ਹਾਥ। ਲੱਭਦਿਆਂ ਲੱਭਦਿਆਂ ਕੋਈ ਬਾਹਰ ਜਾਂਦਾ ਹੋਣਾ ਤੇ ਬਾਹਰੋਂ ਉਹ ਜਿਹੜੀ ਉਹ ਕਣਕ ਸੀ ਲਿਆ ਕੇ ਉਹਨੇ ਆਪਣੇ ਘਰ ਦੇ ਵਿੱਚ ਰੱਖੀ ਸੀ ਤੇ ਇੱਕ ਸ਼ੇਰ ਉਹ ਕਣਕ ਦੇ ਹੱਥ ਲੱਗ ਗਈ। ਗੁਰ ਟਿਗ ਆਇਓ ਸ਼ਾਹੂ ਪੁਨ। ਤੇ ਜਿਹੜਾ ਸ਼ਾਹੂਕਾਰ ਸੀ ਇਹ ਇੱਕ ਸ਼ੇਰ ਕਣਕ ਲੈ ਕੇ ਤੇ ਸਤਿਗੁਰਾਂ ਦੇ ਕੋਲ ਆ ਗਿਆ। ਭੂਪ ਪ੍ਰਜਾ ਲੈ ਸਾਥ। ਇਥੋਂ ਦਾ ਰਾਜਾ ਤੇ ਪ੍ਰਜਾ ਵੀ ਨਾਲ ਲੈ ਲਈ। ਸਾਰਿਆਂ ਨੂੰ ਦੱਸਿਆ ਕਿ ਜੇ ਤੁਸੀਂ ਉਹਨਾਂ ਸੰਤਾਂ ਪਾਸ ਚੱਲੋ ਜਿਨ੍ਹਾਂ ਦੇ ਬਚਨ ਮੈਂ ਸੁਣ ਕੇ ਆਇਆ, ਉਹਨਾਂ ਨੇ ਕਿਹਾ ਹੈ ਕਿ ਜੇ ਸਿੱਖੀ ਧਾਰਨ ਕਰੇਗਾ ਨਗਰ, ਜੇ ਨਗਰ ਦੇ ਲੋਕ ਪ੍ਰਭੂ ਦਾ ਸਿਮਰਨ ਕਰਨਗੇ ਤੇ ਤੁਹਾਨੂੰ ਦੋਵੇਂ ਚੀਜ਼ਾਂ ਦੇਵਾਂਗੇ। ਹੁਣ ਸਤਿਗੁਰੂ ਜੀ ਨੇ ਇੱਥੇ ਜੇ ਕਲਾ ਦਿਖਾਈ ਤੇ ਇਸ ਵਾਸਤੇ ਨਹੀਂ ਕਿ ਆਪਣੀ ਪੂਜਾ ਕਰਾਉਣ ਵਾਸਤੇ, ਇਹਨਾਂ ਭੁੱਲੇ ਹੋਏ ਲੋਕਾਂ ਨੂੰ ਪ੍ਰਭੂ ਦੇ ਸਿਮਰਨ ਦੇ ਵਿੱਚ ਲਾਉਣ ਵਾਸਤੇ, ਪ੍ਰਭੂ ਭਗਤੀ ਦੇ ਵਿੱਚ ਲਾਉਣ ਵਾਸਤੇ ਗੁਰੂ ਜੀ ਨੇ ਇਹ ਰਹਿਮਤਾਂ ਵਰਤਾਈਆਂ। ਇਸ ਸ਼ਾਹੂਕਾਰ ਨੇ ਸਾਰੇ ਨਗਰ ਵਾਲਿਆਂ ਨੂੰ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਸਿਮਰਨ ਕਰੋ, ਸਿੱਖੀ ਨੂੰ ਧਾਰਨ ਕਰੋਗੇ ਤੇ ਫਿਰ ਤੁਹਾਡੇ ਨਗਰ ਨੂੰ ਸੰਤ ਦੋਵੇਂ ਦਾਤਾਂ ਦੇਣਗੇ। ਇਸ ਤਰ੍ਹਾਂ ਸਾਰੇ ਨਗਰ ਵਾਲਿਆਂ ਨੂੰ ਰਾਜੇ ਨੂੰ ਆਪਣੇ ਨਾਲ ਲਿਆ ਹੈ। ਚਉਪਈ ਨਮਸਕਾਰ ਚਰਨਨ ਪਰ ਕਰ ਕੈ। ਸਾਰਿਆਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ। ਬੈਠੇ ਨਿਕਟ ਭਾਉ ਉਰ ਤਰ ਕੈ। ਬੜਾ ਮਨਾਂ ਦੇ ਵਿੱਚ ਪ੍ਰੇਮ ਧਾਰਨ ਕੀਤਾ ਹੈ ਤੇ ਸਤਿਗੁਰਾਂ ਦੇ ਕੋਲ ਬੈਠ ਗਏ ਹਨ। ਗੁਰੂ ਕਹੈ ਬੀਜੋ ਛਿਤ ਮਾਹੀ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜੀ ਕਣਕ ਲੈ ਕੇ ਆਏ ਹੋ ਨਾ ਇੱਕ ਸ਼ੇਰ, ਇਹ ਸਾਰੀ ਕਣਕ ਤੁਸੀਂ ਇੱਥੇ ਧਰਤੀ ਦੇ ਵਿੱਚ ਬੀਜ ਦਓ। ਹੋਏ ਅੰਨ ਟੋਟੈ ਜਿਹ ਨਾਹੀ। ਤੇ ਇਹਨਾਂ ਅੰਨ ਇਸ ਤੋਂ ਉਤਪਤ ਹੋਵੇਗਾ ਕਿ ਤੁਹਾਡੇ ਨਗਰ ਵਿੱਚ ਫਿਰ ਦੁਬਾਰਾ ਟੋਟਾ ਨਹੀਂ ਆਵੇਗਾ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਿਸ ਨਗਰ ਦੇ ਵਿੱਚ ਨਾ ਅੱਗ ਸੀ ਨਾ ਅੰਨ ਸੀ, ਪਰ ਰਿਜ਼ਕ ਦਾਤੇ ਹਨ ਸਤਿਗੁਰੂ। 84 ਲੱਖ ਜੀਆਂ ਦੇ ਦਾਤੇ ਹਨ ਸਤਿਗੁਰੂ। ਸਾਰੀ ਸ੍ਰਿਸ਼ਟੀ ਨੂੰ ਦਾਨ ਦੇਣ ਵਾਲੇ ਹਨ। ਜਾਨ ਕੋ ਦੇਤ ਅਜਾਨ ਕੋ ਦੇਤ, जमी को देत जमा को दै है, काहे को डोलत है तुमरी शुद्ध, सुंदर श्री पद मापत लय है। 84 ਲੱਖ ਜੋਨ ਉਪਾਈ, ਰਿਜ਼ਕ ਦਿਆ ਸਭ ਹੂੰ ਕੋ ਤਦ ਕਾ। ਸੋ ਜਦੋਂ ਦੀ ਸ੍ਰਿਸ਼ਟੀ ਉਤਪਤ ਕੀਤੀ ਹੈ, ਪੈਦਾ ਕੀਤੀ ਹੈ, ਸਾਰਿਆਂ ਨੂੰ ਰਿਜ਼ਕ ਦੇਣ ਵਾਲੇ ਹਨ ਸਤਿਗੁਰੂ। ਮਹਾਰਾਜ ਜੀਆਂ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਨੇ, ਕਿਹਾ ਹੈ ਕਿ ਇਹ ਜਿਹੜੀ ਕਣਕ ਹੈ ਧਰਤੀ ਵਿੱਚ ਬੀਜ ਦਓ, ਇਹਦੇ ਵਿੱਚੋਂ ਅਤੋਟ ਅੰਨ ਜਿਹੜਾ ਹੈ ਉਹ ਪੈਦਾ ਹੋਵੇਗਾ। ਆਇਸਮਾਨ ਬੋਵਨੀ ਕੀਨੀ। ਗੁਰੂ ਸਾਹਿਬ ਦੀ ਆਗਿਆ ਮੰਨ ਕੇ ਇਹਨਾਂ ਨੇ ਉਹ ਜਿਹੜੀ ਕਣਕ ਸੀ ਧਰਤੀ ਵਿੱਚ ਬੀਜ ਦਿੱਤੀ ਹੈ। ਉਗੀ ਬਲੋਕੀ ਸ਼ਬਦ ਨਵੀਨੀ। ਤੇ ਐਸੀ ਮਾਲਕ ਦੀ ਕਿਰਪਾ ਹੋਈ ਹੈ ਕਿ ਕੁਝ ਸਮੇਂ ਦੇ ਵਿੱਚ ਜਿਹੜੀ ਨਵੀਨ ਹਰਿਆਲੀ ਸੀ ਉਹ ਹੋ ਗਈ ਹੈ। ਦਿਨ ਥੋਰਨ ਮੈਂ ਪੱਕ ਗਈ ਸੋ। ਥੋੜੇ ਦਿਨਾਂ ਦੇ ਵਿੱਚ ਉਹ ਕਣਕ ਜਿਹੜੀ ਸੀ ਪੱਕ ਗਈ ਹੈ। ਭਏ ਪ੍ਰਸੰਨ ਹਿਰਦੈ ਸਭ ਕੋ। ਸਤਿਗੁਰਾਂ ਦੀ ਇਹ ਬਖਸ਼ਿਸ਼ ਨੂੰ ਦੇਖ ਕਰਕੇ, ਕਲਾ ਨੂੰ ਦੇਖ ਕਰਕੇ ਨਗਰ ਦੇ ਲੋਕ ਬੜੇ ਪ੍ਰਸੰਨ ਹੋਏ ਨੇ। ਪਾਹੁਲ ਪੱਗ ਕੀ ਸਭ ਨੈ ਲੀਨੀ। ਸਾਰਿਆਂ ਨੇ ਸਤਿਗੁਰਾਂ ਦਾ ਬਚਨ ਮੰਨਿਆ ਤੇ ਚਰਨ ਪੌਲ ਲੈ ਲਈ। ਭਾਉ ਭਗਤ ਮੈਂ ਸ਼ੁਭ ਮਤ ਪੀਨੀ। ਤੇ ਪ੍ਰੇਮਾ ਭਗਤੀ ਦੇ ਵਿੱਚ ਇਹਨਾਂ ਦੀ ਜਿਹੜੀ ਮਤ ਸੀ ਉਹ ਭਿੱਜ
ਗਈ ਹੈ। ਸਿੱਖੀ ਮਾਰਗ ਮੈਂ ਪਗ ਧਰ ਤੇ ਕੈ, ਜਿਹੜਾ ਮਾਰਗ ਸਤਿਗੁਰੂ ਜੀ ਨੇ ਇਹਨਾਂ ਨੂੰ ਦਰਸਾਇਆ ਸੀ ਸਿੱਖੀ ਦਾ, ਕਿ ਨਾਮ ਜਪਣਾ, ਇਸ਼ਨਾਨ ਕਰਨਾ, ਵੰਡ ਛਕਣਾ ਤੇ ਪ੍ਰੇਮਾ ਭਗਤੀ ਕਰਨੀ ਹੈ, ਇਸ ਮਾਰਗ ਨੂੰ ਇਹਨਾਂ ਨੇ ਧਾਰਨ ਕੀਤਾ ਹੈ ਪ੍ਰਭ ਕੋ ਗੁਰ ਕੇ ਸੁਖਦ ਵਿਚਰ ਕੈ, ਤੇ ਆਪਣੇ ਲਈ ਸੁਖਦਾਇਕ ਸਿੱਖੀ ਨੂੰ ਵਿਚਾਰਿਆ ਹੈ। ਧਰਮਸ਼ਾਲ ਇੱਕ ਰੁਚਿਰ ਬਨਾਈ, ਬੜੀ ਸੁੰਦਰ ਧਰਮਸ਼ਾਲਾ ਆਪਣੇ ਨਗਰ ਦੇ ਵਿੱਚ ਬਣਾਈ ਹੈ ਸੰਤ ਸੁਮਤ ਤਿਹ ਕੀਰਤ ਗਾਈ, ਤੇ ਉਸ ਧਰਮਸ਼ਾਲਾ ਦੇ ਵਿੱਚ ਬੈਠ ਕੇ ਪ੍ਰਭੂ ਦੀ ਕੀਰਤੀ ਗਾਉਣ ਲੱਗੇ ਨੇ। ਬੈਠ ਸਰਬ ਮੈਂ ਕਿਰਪਾ ਨਿਦਾਨਾ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਇਸ ਧਰਮਸ਼ਾਲਾ ਵਿੱਚ ਬੈਠ ਕੇ ਸ੍ਰੀ ਮੁਖ ਤੇ ਅਸ ਬਚਨ ਬਖਾਨਾ, ਆਪਣੇ ਮੁਖਾਰ ਬਿਨ ਤੋਂ ਸਤਿਗੁਰੂ ਜੀ ਇਹ ਬਚਨ ਕਹਿੰਦੇ ਹਨ। ਅਬ ਤੇ ਅਨ ਅਟੁੱਟ ਇਸ ਦੇਸ਼ਾ, ਸਤਿਗੁਰੂ ਜੀ ਕਹਿਣ ਲੱਗੇ ਨਗਰ ਦੇ ਲੋਕਾਂ ਨੂੰ ਕਿ ਹੁਣ ਤੁਹਾਡੇ ਦੇਸ਼ ਵਿੱਚ ਅਟੁੱਟ ਅੰਨ ਪੈਦਾ ਹੋਵੇਗਾ, ਕਬ ਦੁਕਾਲ ਕੋ ਹੋਏ ਨਾ ਲੇਸ਼ਾ, ਕਦੇ ਵਾਸਤੇ ਵੀ ਲੇਸ਼ ਮਾਤਰ ਥੋੜਾ ਜਿੰਨਾ ਵੀ ਕਾਲ ਨਹੀਂ ਆਵੇਗਾ। ਪਾਹਨ ਤੇ ਪਾਵਕ ਪੁਨਚਾਰੀ, ਤੇ ਦੂਜੀ ਬਖਸ਼ ਸਤਿਗੁਰਾਂ ਨੇ ਕੀਤੀ ਹੈ ਕਿ ਅੱਗ ਵੀ ਨਹੀਂ ਸੀ ਇਸ ਨਗਰ ਵਿੱਚ, ਦੇਸ਼ ਵਿੱਚ ਪੱਥਰਾਂ ਵਿੱਚੋਂ ਅੱਗ ਪੈਦਾ ਕੀਤੀ ਹੈ। ਕਾਸ਼ਟ ਸੋ ਕਰ ਦੀਨ ਬਿਥਾਰੀ, ਲੱਕੜ ਦੇ ਨਾਲ ਸਤਿਗੁਰੂ ਜੀ ਨੇ ਉਹ ਅੱਗ ਜਿਹੜੀ ਸੀ ਉਹ ਫੈਲਾ ਦਿੱਤੀ ਲੈ ਕੇ ਸਬਨ ਹਰਖ ਉਰ ਧਰਿਓ, ਤੇ ਗੁਰੂ ਜੀ ਦਾ ਸੋ ਇਹ ਬਖਸ਼ਿਸ਼ਾਂ ਦੇ ਕੇ ਸਾਰਿਆਂ ਨੇ ਅਗਨੀ ਲੈ ਕੇ ਸਾਰਿਆਂ ਨੇ ਆਪਣੇ ਹਿਰਦੇ ਵਿੱਚ ਬੜੀ ਖੁਸ਼ੀ ਧਾਰਨ ਕੀਤੀ ਹੈ। ਸ੍ਰੀ ਸਤਗੁਰ ਸੋ ਜਸ ਉਚਰਿਓ, ਤੇ ਸਾਰੇ ਹੀ ਸਤਿਗੁਰੂ ਜੀ ਦਾ ਜਸ ਗਾਉਣ ਲੱਗੇ ਨੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜਸ ਸਾਰੇ ਗਾਉਂਦੇ ਹਨ। ਆਨੇ ਅਗਨ ਦੋ ਤਹ ਨਾਹੀ, ਇਸ ਨਗਰ ਵਿੱਚ ਦੇਸ਼ ਵਿੱਚ ਅੰਨ ਅਤੇ ਅੱਗ ਦੋਨੋਂ ਨਹੀਂ ਸਨ। ਇਹ ਬਿਦ ਸ੍ਰੀ ਗੁਰ ਦੀਨ ਤਹਾਹੀ, ਇਸ ਤਰ੍ਹਾਂ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਮਿਹਰ ਦੇ ਦਾਤੇ ਸਤਿਗੁਰਾਂ ਨੇ ਇਸ ਨਗਰ ਨੂੰ ਅੰਨ ਅਤੇ ਅੱਗ ਦੋਨੋਂ ਦਿੱਤੇ ਹਨ। ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਅਤੇ ਇਹਨਾਂ ਲੋਕਾਂ ਨੂੰ ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਇਸ਼ਨਾਨ ਕਰਨਾ, ਲੋੜਵੰਦ ਦੇ ਤਾਈਂ ਦਾਨ ਕਰਨਾ, ਇਹ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਤੇ ਬਚਨ ਦ੍ਰਿੜ ਕਰਵਾਏ। ਪਾਓ ਭਗਤ ਕੋ ਪੰਥ ਚਲਾਇਓ, ਪ੍ਰੇਮਾ ਭਗਤੀ ਦਾ ਜਿਹੜਾ ਰਸਤਾ ਸੀ ਇਹ ਤੋਰਿਆ ਹੈ। ਕਿਤਕ ਦਿਵਸ ਰਹੈ ਗਰ ਜਗਤੇਸ਼ਾ, ਕੁਝ ਕੁ ਦਿਨ ਸਤਿਗੁਰੂ ਜਗਤ ਦੇ ਮਾਲਕ ਮਹਾਰਾਜ ਇੱਥੇ ਰਹੇ ਹਨ। ਚਲਬੇ ਤਿਆਰ ਭਏ ਸ਼ੁਭ ਬੇਸਾ, ਸੋਹਣੇ ਭੇਸ ਵਾਲੇ ਸਤਿਗੁਰੂ ਜੀ ਅੱਗੇ ਚੱਲਣ ਲਈ ਤਿਆਰ ਹੋਏ ਨੇ। ਸਰਬ ਲੋਕ ਮਿਲ ਕੈ ਤਬ ਆਏ, ਇੱਥੋਂ ਦੇ ਲੋਕ ਜਿਹੜੇ ਸੀ ਜਦੋਂ ਪਤਾ ਲੱਗਾ ਕਿ ਮਹਾਰਾਜ ਜਾ ਰਹੇ ਨੇ, ਸਾਰੇ ਮਿਲ ਕੇ ਆਏ ਹਨ। ਹੋਏ ਦੀਨ ਮਨ ਬੈਨ ਸੁਨਾਏ, ਬਹੁਤ ਦੀਨ ਹੋ ਕੇ, ਨਿਮਾਣੇ ਹੋ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ। ਧੰਨ ਭਾਗ ਇਹ ਸਬੈ ਜੇ ਲੋਕਾ, ਕਹਿਣ ਲੱਗੇ ਕਿ ਮਹਾਰਾਜ ਧੰਨ ਭਾਗ ਇਹ ਸਭੈ ਜੇ ਲੋਕਾ, ਇਹ ਸਾਰੇ ਲੋਕਾਂ ਦੇ ਧੰਨ ਭਾਗ ਹਨ। ਜਾਤੇ ਰਾਵਰ ਦਰਸ ਬਿਲੋਕਾ, ਜਿਹਦੇ ਕਰਕੇ ਆਪ ਜੀ ਦੇ ਦਰਸ਼ਨ ਹੋਏ ਨੇ। ਕਿਉਂਕਿ ਜੇ ਭਾਗ ਚੰਗੇ ਹੋਣ ਤੇ ਤਾਂ ਹੀ ਉਹ ਦਰਸ਼ਨ ਹੁੰਦੇ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਸਾਰਿਆਂ ਤੋਂ ਵੱਡੇ ਭਾਗ ਹਨ। ਅਸੀਂ ਆਪਣੇ ਦੇਖਦੇ ਹਾਂ ਕਿ ਤੁਸੀਂ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਆਪਣੇ ਦਰਸ਼ਨ ਦਿੱਤੇ ਨੇ ਤੇ ਸਿੱਖੀ ਦੇ ਵਿੱਚ ਸੋ ਸਾਨੂੰ ਤੋਰਿਆ ਹੈ। ਲੋਕ ਪਰਲੋਕੈ ਕੋ ਸੁਖ ਦੀਨੋ, ਲੋਕ ਪਰਲੋਕ ਦਾ ਸਾਨੂੰ ਸੁਖ ਦਿੱਤਾ ਹੈ। ਸ੍ਰੀ ਹਰਿਤ ਕੋ ਤੁਮਰੋ ਤਨ ਚੀਨੋ, ਅਸੀਂ ਤਾਂ ਆਪ ਜੀ ਦਾ ਜਿਹੜਾ ਸਰੀਰ ਹੈ ਇਸ ਤਰ੍ਹਾਂ ਜਾਣਦੇ ਹਾਂ ਕਿ ਕਰਤਾਰ ਨੇ ਹੀ ਸਰਗੁਣ ਸਰੂਪ ਧਾਰਿਆ ਹੈ। ਸਾਬਿਹਨ ਕੋ ਧੀਰਜ ਦੇ ਸੁਆਮੀ, ਇਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਨੇ ਧੀਰਜ ਦਿੱਤਾ ਹੈ। ਗਮਨ ਕੀਓ ਪੂਰ ਅੰਤਰ ਜਾਮੀ, ਅੰਤਰ ਦੀ ਜਾਣਨ ਵਾਲੇ ਸਤਿਗੁਰੂ ਜੀ ਨੇ ਇੱਥੋਂ ਹੁਣ ਮਹਾਰਾਜ ਅੱਗੇ ਚੱਲੇ ਹਨ। ਦੋਹਰਾ ਹੰਤਾ ਮਮਤਾ ਜਿਨਕ ਤਜੀ, ਹਰਖ ਸ਼ੋਕ ਇੱਕ ਸਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਸ੍ਰੀ ਨਾਨਕ ਪ੍ਰਕਾਸ਼ ਉਤਰਾਰਧ ਦਾ 14ਵਾਂ ਅਧਿਆਇ ਆਰੰਭ ਕਰਦੇ ਨੇ। ਪਹਿਲਾ ਮੰਗਲ ਕਰਦੇ ਹਨ ਕਿ ਐਸੇ ਸੰਤਾਂ ਦਾ ਹੰਤਾ ਮਮਤਾ ਜਿਨ ਤਜੀ, ਕਹਿੰਦੇ ਹੰਤਾ ਹੁੰਦੀ ਹੈ ਪਦਾਰਥਾਂ ਦੀ, ਇਸੇ ਤਰ੍ਹਾਂ ਮਨ ਦੇ ਵਿੱਚ ਹੰਕਾਰ ਧਾਰਨਾ, ਮਮਤਾ ਮੈਂ ਮੇਰੀ, ਜਿਨ੍ਹਾਂ ਸੰਤਾਂ ਨੇ ਤਿਆਗ ਦਿੱਤੀ ਹੈ। ਕਿਉਂਕਿ ਇਹ ਜਿਹੜੀ ਹੰਤਾ ਹੈ, ਮਮਤਾ ਹੈ, ਇਹੋ ਹੀ ਸਾਨੂੰ ਪ੍ਰਭੂ ਤੋਂ ਦੂਰ ਲੈ ਕੇ ਜਾਂਦੀ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਿੰਨਾ ਚਿਰ ਬੰਦਾ ਮੈਂ ਮੇਰੀ ਕਰਦਾ ਹੈ, ਉਹਨਾਂ ਚਿਰ ਭਗਤੀ ਕਰਨ ਦਾ, ਸਿਮਰਨ ਕਰਨ ਵਾਲਾ ਕਾਰਜ ਸਰਦਾ ਨਹੀਂ ਹੈ। ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ। ਜੇ ਸਤਿਗੁਰੂ ਰਹਿਮਤ ਕਰਨ, ਆਪ ਮਿਹਰ ਕਰਨ ਤੇ ਸਾਨੂੰ ਸੰਗਤ ਵਿੱਚ ਲਿਆ ਕੇ ਬਿਠਾਉਣ, ਸਾਡੀ ਝੋਲੀ ਨਾਮ ਦੀ ਦਾਤ ਪਾਉਣ, ਇਹ ਮਾਲਕ ਦੀ ਰਹਿਮਤ ਹੈ।
ਕਹਿੰਦੇ ਜਿਨ੍ਹਾਂ ਨੇ ਹੰਤਾ ਤੇ ਮਮਤਾ ਮੈਂ ਮੇਰੀ ਤੇ ਹੰਕਾਰ ਵਾਲੀ ਬਿਰਤੀ ਤਿਆਗ ਦਿੱਤੀ ਤਿਨ ਹੈ ਸੰਤਨ ਕਰ ਬੰਦਨਾ ਹਰਖ ਹਰਖ ਸ਼ੋਕ ਇੱਕ ਸਾਰ ਅਤੇ ਇੱਕ ਸਾਰ ਆਪਣੀ ਬਿਰਤੀ ਨੂੰ ਰੱਖਦੇ ਨੇ। ਕਿਉਂਕਿ ਸਾਡੀ ਤਾਂ ਬਿਰਤੀ ਹੈ, ਕੁਝ ਮਿਲ ਜਾਵੇ ਤਾਂ ਖੁਸ਼ ਹੁੰਨੇ ਆ, ਚਲਾ ਜਾਵੇ ਤਾਂ ਦੁਖੀ ਹੋ ਜਾਂਦੇ ਆ। ਪਰ ਜਿਨ੍ਹਾਂ ਨੇ ਆਪਣੀ ਬਿਰਤੀ ਨੂੰ ਇਕਸਾਰ ਕੀਤਾ ਹੈ, ਹਰਖ ਸ਼ੋਕ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਇਸ ਤਰ੍ਹਾਂ ਬਿਰਤੀ ਰੱਖਦੇ ਨੇ। ਖੁਸ਼ੀ ਗਮੀ ਦੇ ਵਿੱਚ ਇਕਸਾਰ ਬਿਰਤੀ ਨੂੰ ਰੱਖਦੇ ਹਨ। ਤਿਨ ਸੰਤਨ ਕਰ ਬੰਦਨਾ ਕਹਿੰਦੇ ਨੇ ਉਹ ਹਨ ਸੰਤ। ਕਿਉਂਕਿ ਖੰਡਨ ਕਰਨ ਵਾਲਾ ਤਾਂ ਅੱਜ ਦੇ ਸਮੇਂ ਵਿੱਚ ਸਾਰਿਆਂ ਨੂੰ ਇੱਕ ਵੱਡਿਓਂ ਖੰਡਨ ਕਰੀ ਜਾ ਰਿਹਾ ਹੈ, ਪਰ ਜਿਹੜੇ ਐਸੀ ਬਿਰਤੀ ਦੇ ਧਾਰਨੀ, ਨਾ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਹੰਕਾਰ, ਨਾ ਮੈਂ ਮੇਰੀ, ਹਰਕ ਸ਼ੋਕ ਤੋਂ ਰਹਿਤ ਹਨ, ਪ੍ਰਭੂ ਦਾ ਸਿਮਰਨ ਕਰਦੇ ਹਨ, ਉਹਨਾਂ ਸੰਤਾਂ ਦੇ ਚਰਨਾਂ ਤੇ ਕਵੀ ਜੀ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ। ਕਰਿਓ ਕਥਾ ਉਚਾਰ ਅਤੇ ਅੱਗੇ ਸਤਿਗੁਰਾਂ ਦੇ ਸੁੰਦਰ ਜੀਵਨ ਵਾਲੀ ਕਥਾ ਉਚਾਰਨ ਕਰਦਾ ਹਾਂ। ਸ੍ਰੀ ਬਾਲਾ ਸੰਦੁਰਵਾਚ ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਅੱਗੇ ਕਥਾ ਸੁਣਾ ਰਹੇ ਹਨ। ਚਉਪਈ ਸੁਨ ਸ੍ਰੀ ਅੰਗਦ ਜਨ ਮਨ ਰੰਜਨ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾਸਾਂ ਦੇ ਮਨਾਂ ਨੂੰ ਪ੍ਰਸੰਨ ਕਰਨ ਵਾਲੇ ਸਤਿਗੁਰੂ ਜੀ। ਗਮਨੇ ਗੁਰੂ ਦੀਨ ਦੁਖ ਭੰਜਨ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਉੱਥੋਂ ਅੱਗੇ ਚੱਲ ਪਏ ਹਨ। ਜਾਏ ਪਹਾੜਨ ਕਰਤੇ ਸੈਲਾ ਸਤਿਗੁਰੂ ਜੀ ਪਹਾੜਾਂ ਦੀ ਸੈਰਾਂ ਕਰਦੇ ਜਾ ਰਹੇ ਹਨ। ਚੱਲ ਹੈ ਸੁਗਮ ਅਗਮ ਜੋ ਗੈਲਾ ਤੇ ਜਿਹੜਾ ਰਸਤਾ ਬੜਾ ਕਠਨ ਸੀ ਨਾ, ਉਹਨੂੰ ਸਤਿਗੁਰੂ ਸੁਖੈਨ ਹੀ ਪੂਰਾ ਕਰ ਜਾਂਦੇ ਸਨ। ਜੋ ਕਸ਼ਮੀਰ ਕਹਾਵਤ ਦੇਸ਼ਾ ਜਿਹੜਾ ਕਸ਼ਮੀਰ ਦੇਸ਼ ਕਹਾਉਂਦਾ ਹੈ, ਤਹਾਂ ਜਾਏ ਪਹੁੰਚੇ ਜਗਤੇਸ਼ਾ ਜਗਤ ਦੇ ਮਾਲਕ ਸਤਿਗੁਰੂ ਜੀ ਕਸ਼ਮੀਰ ਦੇ ਵਿੱਚ ਪਹੁੰਚ ਗਏ। ਫਿਰ ਪਿਖ ਪਹਾੜ ਇੱਕ ਪੁਰੀ ਸਮੀਪਾ ਪਹਾੜ ਦੇ ਨੇੜੇ ਸਤਿਗੁਰੂ ਜੀ ਨੇ ਇੱਕ ਨਗਰ ਦੇਖਿਆ ਹੈ। ਬੈਠ ਗਏ ਬੇਦੀ ਕੁਲ ਦੀਪਾ ਤੇ ਬੇਦੀਆਂ ਦੇ ਕੁਲ ਦੇ ਦੀਪਕ ਸਤਿਗੁਰੂ ਉਸ ਨਗਰ ਦੇ ਵਿੱਚ ਜਾ ਕੇ ਬਿਰਾਜੇ ਹਨ। ਦਵਾ 10 ਬਾਸੁਰ ਤਹਾਂ ਬਿਤਾਏ 12 ਦਿਨ ਸਤਿਗੁਰੂ ਇਸ ਜਗ੍ਹਾ ਬਿਰਾਜੇ ਹਨ। ਕੋ ਨਾ ਆਇਓ ਨਹਿ ਕਿਨਹੂ ਬੁਲਾਏ ਹੁਣ ਨਾ ਤੇ ਕੋਈ ਸਤਿਗੁਰਾਂ ਦੇ ਕੋਲ ਆਇਆ ਤੇ ਨਾ ਹੀ ਸਤਿਗੁਰਾਂ ਨੇ ਕਿਸੇ ਨੂੰ ਆਪਣੇ ਕੋਲ ਬੁਲਾਇਆ ਹੈ। ਤਰਿਓਦ ਸਵੋ ਦਿਨ ਜਬ ਉਜਰ ਆਰਾ ਜਦੋਂ ਉੱਥੇ ਬਿਰਾਜਿਆਂ ਨੂੰ ਸਤਿਗੁਰੂ ਜੀ ਨੂੰ 13ਵਾਂ ਦਿਨ ਚੜਿਆ ਹੈ, ਤਬ ਇੱਕ ਆਇਓ ਦੁੰਬਨ ਚਾਰਾ ਜਦੋਂ 13ਵੇਂ ਦਿਨ ਦਾ ਚਾਨਣ ਹੋਇਆ ਤੇ ਇੱਕ ਦੁੰਬੇ ਚਾਰਨ ਵਾਲਾ ਅਯਾਲੀ ਚੱਲ ਕੇ ਆਇਆ। ਹਮਕੋ ਬੈਠੇ ਪਿਖ ਬਿਸਮਾਨਿਓ ਸਤਿਗੁਰੂ ਜੀ ਨੂੰ ਬੈਠਿਆਂ ਨੂੰ ਦੇਖ ਕਰਕੇ ਮਨ ਵਿੱਚ ਬੜਾ ਹੈਰਾਨ ਹੋਇਆ। ਬਹੁਰੋ ਮੁਖ ਦੁਰਬਚਨ ਬਖਾਨਿਓ ਇਹ ਦੁੰਬੇ ਚਰਨ ਵਾਲਾ ਅਯਾਲੀ ਜਿਹੜਾ ਸੀ, ਇਹ ਸਤਿਗੁਰਾਂ ਦੀ ਮਹਿਮਾ ਨੂੰ ਨਾ ਜਾਣਦਾ ਹੋਇਆ ਤੇ ਬੜੇ ਕਠੋਰ ਬਚਨ ਆਪਣੇ ਮੁਖ ਤੋਂ ਕਹਿਣ ਲੱਗਾ। ਕੋਤਮ ਬੈਠੇ ਬੀਜ ਉਜਾਰਾ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਤੁਸੀਂ ਕੌਣ ਹੋ ਜਿਹੜੇ ਉਜਾੜ ਵਿੱਚ ਇੱਥੇ ਬੈਠੇ ਹੋ। ਅਹੋ ਚੋਰ ਕਹਿ ਦੋ ਬਟਵਾ ਪਾਰਾ ਇਹ ਉਜਾੜ ਦੇ ਵਿੱਚ ਜਾਂ ਤੇ ਚੋਰ ਲੋਕ ਬੈਠਦੇ ਨੇ ਤੇ ਜਾਂ ਜਿਹੜੇ ਰਾਹ ਮਾਰ ਲੁਟੇਰੇ ਹੁੰਦੇ ਨੇ ਉਹ ਬੈਠਦੇ ਹਨ। ਕਿਹ ਤੋ ਕੋ ਕਤ ਹੋ ਮਾਲ ਲੈ ਜਾਨੋ ਦੱਸੋ ਤਾਂ ਸਹੀ ਕਿ ਕਿਹਦਾ ਮਾਲ ਲੁੱਟਣ ਵਾਸਤੇ ਇੱਥੇ ਬੈਠੇ ਹੋ। ਪ੍ਰਗਟ ਹੋਣ ਤੇ ਆਨੰਦ ਰਾਨੇ ਤੇ ਤੁਸੀਂ ਇੱਥੇ ਲੁਕ ਕੇ ਬੈਠੇ ਹੋ ਤੇ ਸਾਹਮਣੇ ਕਿਉਂ ਨਹੀਂ ਆਉਂਦੇ ਨਗਰ ਦੇ ਵਿੱਚ। ਜੇ ਤੁਮ ਹੋਤੇ ਫਕੀਰ ਹੈ ਸਾਚੀ ਜੇ ਤੁਸੀਂ ਸੱਚਮੁੱਚ ਕੋਈ ਫਕੀਰ ਹੁੰਦੇ ਤਾਂ ਪੁਰਤੇ ਭਿਖਿਆ ਕਰਤੇ ਜਾਚੀ ਫਿਰ ਨਗਰ ਦੇ ਵਿੱਚ ਜਾ ਕੇ ਕਿਸੇ ਦੇ ਘਰੋਂ ਭਿਖਿਆ ਮੰਗ ਕੇ ਤੇ ਆਪਣਾ ਪੇਟ ਭਰਦੇ। ਇਹ ਲੋਕ ਕੇਵਲ ਇਹੋ ਹੀ ਜਾਣਦੇ ਸਨ ਕਿ ਜਿਹੜੇ ਫਕੀਰ ਹਨ, ਜਿਹੜੇ ਸਾਧੂ ਜਨ ਨੇ, ਉਹ ਲੋਕਾਂ ਕੋਲੋਂ ਮੰਗ ਕੇ ਆਪਣੀ ਪੇਟ ਦੀ ਪੂਰਤੀ ਕਰਦੇ, ਪਰ ਨਹੀਂ ਸੀ ਜਾਣਦੇ ਕਿ ਤਾਂ ਸ੍ਰਿਸ਼ਟੀ ਨੂੰ ਰਚਣ ਵਾਲੇ ਸੰਸਾਰ ਦੇ ਉਧਾਰ ਕਰਤਾ ਪਰਮੇਸ਼ਰ ਵਾਹਿਗੁਰੂ ਨੇ ਤਨ ਧਾਰਨ ਕੀਤਾ ਹੈ ਸਾਡੇ ਜੀਵਾਂ ਦੇ ਉਧਾਰ ਵਾਸਤੇ, ਭਲੇ ਵਾਸਤੇ। ਇਹ ਜਿਹੜਾ ਭੁਲੱਕੜ ਮਨੁੱਖ ਸੀ ਕਹਿਣ ਲੱਗਾ ਕਿ ਕੌਣ ਹੋ, ਚੋਰ ਹੋ ਜਾਂ ਰਾਹ ਮਾਰ ਡਾਕੂ ਹੋ, ਕੋ ਲੁਟੇਰੇ ਹੋ, ਕਿਸੇ ਦਾ ਸਮਾਨ ਖੋਹਣ ਬੈਠੇ ਹੋ। ਜੇ ਸੱਚਮੁੱਚ ਕੋਈ ਫਕੀਰ ਹੁੰਦੇ ਤਾਂ ਨਗਰ ਵਿੱਚ ਜਾ ਕੇ ਕਿਸੇ ਕੋਲੋਂ ਲੈ ਕੇ ਕੁਝ ਖਾ ਲੈਂਦੇ। ਵੇਖ ਫਕੀਰ ਧਰਿਓ ਤਨ ਮਾਹੀ ਆਪਣੇ ਤਨ ਦੇ ਉੱਤੇ ਤੁਸੀਂ ਫਕੀਰਾਂ ਵਾਲਾ ਲਿਬਾਸ ਧਾਰਿਆ ਹੈ। ਸਾਚੇ ਤੁਮ ਫਕੀਰ ਹੋ ਨਾਹੀ ਤੇ ਤੁਸੀਂ ਸੱਚੇ ਫਕੀਰ ਮੈਨੂੰ ਨਹੀਂ ਲੱਗਦੇ। ਸੁਨ ਕੈ ਬਿਗਸੈ ਮੰਦ ਕਿਰਪਾਲਾ ਇਸ ਮੂਰਖ ਦੀ ਗੱਲ ਨੂੰ ਸੁਣ ਕੇ ਨਾ ਸਤਿਗੁਰੂ ਕਿਰਪਾਲੂ ਸਤਿਗੁਰੂ ਮਹਾਰਾਜ ਥੋੜਾ ਮੁਸਕਰਾ ਪਏ, ਹੱਸ ਪਏ। ਕਿਉਂਕਿ ਕੋਈ ਦੇਖ ਕੇ ਮਹਾਰਾਜ ਨੂੰ ਕਿਸੇ ਤਰ੍ਹਾਂ ਦੀ ਗੱਲ ਕਹਿ ਦਿੰਦਾ, ਕੋਈ ਕੁਝ ਕਹਿ ਦਿੰਦਾ, ਕੋਈ ਆਖੈ ਪੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਬੇਚਾਰਾ। ਸਤਿਗੁਰਾਂ ਨੂੰ ਜਦੋਂ ਇਸ ਤਰ੍ਹਾਂ ਦੀ ਗੱਲ ਕਹੀ ਤੇ ਮਹਾਰਾਜ
ਕਿਰਪਾ ਦੀ ਖਾਨ ਸਤਿਗੁਰੂ ਜੀ ਸੁਣ ਕੇ ਮੁਸਕਰਾ ਪਏ ਹਨ। ਕਿਉਂ ਤੁਝ ਚਿੰਤਾ ਬੜੀ ਬੇਸਾਲਾ। ਮਹਾਰਾਜ ਕਹਿਣ ਲੱਗੇ ਇਸ ਦੁੰਬੇ ਚਾਰਨ ਵਾਲੇ ਨੂੰ ਕਿ ਤੇਰੇ ਮਨ ਦੇ ਵਿੱਚ ਇੰਨੀ ਚਿੰਤਾ ਕਿਉਂ ਹੈ? ਜਹ ਦੁੰਬੇ ਚਾਰਨ ਕੋ ਸ਼ੋਰੇ। ਆ ਜਿਹੜੇ ਤੂੰ ਦੁੰਬੇ ਚਾਰਨ ਵਾਸਤੇ ਆਪਣੇ ਛੱਡੇ ਹਨ, ਜਾਏ ਸਮਾਰ ਲਿਹੋ ਤਿਹ ਠਾਉਰੇ। ਜਾ ਜਾ ਕੇ ਉਸ ਥਾਂ ਦੇ ਉੱਤੇ ਆਪਣੇ ਦੁੰਬਿਆਂ ਦੀ ਸੰਭਾਲ ਕਰ ਜਿਹੜਾ ਉਹਨਾਂ ਨੂੰ ਚਾਰਨ ਵਾਸਤੇ ਘਰੋਂ ਨਿਕਲਿਆ ਹੈ। ਇਹ ਤੇਰੇ ਉਰ ਦਇਆ ਨ ਆਈ। ਤੇਰੇ ਮਨ ਵਿੱਚ ਕਿਸੇ ਤਰ੍ਹਾਂ ਦੀ ਦਇਆ ਨਹੀਂ ਹੈ। ਕਰੀਏ ਸੰਤਨ ਸੇਵਾ ਚਾਈ। ਤੇ ਤੈਨੂੰ ਤਾਂ ਚਾਹੀਦਾ ਸੀ ਕਿ ਜੇ ਕਿਸੇ ਫਕੀਰ ਨੂੰ ਤੂੰ ਦੇਖੇ ਤੇ ਤੈਨੂੰ ਤਾਂ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਸੀ ਆਪਣੇ ਸਰੀਰ ਦੀ ਸਫਲਤਾ ਵਾਸਤੇ, ਪਰ ਤੇਰੇ ਮਨ ਵਿੱਚ ਨਾ ਦਇਆ ਹੈ ਨਾ ਕੋਈ ਧਰਮ ਵਾਲੀ ਗੱਲ ਲੱਗਦੀ ਹੈ। ਜਾ ਜਾ ਕੇ ਆਪਣੇ ਦੁੰਬਿਆਂ ਦੀ ਸੰਭਾਲ ਕਰ ਜਿਹੜੇ ਚਰਦੇ ਪਏ ਹਨ। ਬਹੁਰੋ ਕਹਿਤ ਦੁਖ ਕੋ ਬੈਨਾ। ਫਿਰ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਜੀ ਕਹਿਣ ਲੱਗੇ, ਹਿਰਦੇ ਪਰਮੇਸ਼ਰ ਕੋ ਭੈਨਾ। ਮਹਾਰਾਜ ਕਹਿੰਦੇ ਤੇਰੇ ਹਿਰਦੇ ਵਿੱਚ ਮਨ ਵਿੱਚ ਕੋਈ ਪਰਮੇਸ਼ਰ ਦਾ ਰੱਤੀ ਭਰ ਵੀ ਭੈ ਡਰ ਨਹੀਂ ਹੈ। ਸੁਨਤ ਇਆਲ ਗਇਓ ਤਿਹ ਓਰੇ। ਜਦੋਂ ਗੁਰਦੇਵ ਦਾ ਇਹ ਬਚਨ ਸੁਣਿਆ ਹੈ, ਛੇਤੀ ਨਾਲ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਮੈਂ ਤਾਂ ਦੁੰਬੇ ਚਾਰ ਨਿਕਲਿਆ ਹਾਂ, ਆਪਣੇ ਦੁੰਬਿਆਂ ਵੱਲ ਗਿਆ ਹੈ। ਜਿਹਠਾਂ ਦੁੰਬੇ ਚਰਨੇ ਸ਼ੋਰੇ। ਜਿਸ ਜਗ੍ਹਾ ਉਹਨਾਂ ਨੂੰ ਚਰਨ ਵਾਸਤੇ ਛੱਡਿਆ ਸੀ, ਜਬ ਹੀ ਜਾਏ ਬਲੋਕਨ ਕੀਨੇ। ਜਦੋਂ ਜਾ ਕੇ ਆਪਣੇ ਦੁੰਬੇ ਦੇਖੇ ਹਨ, ਪਰੇ ਧਰਾ ਪਰ ਪ੍ਰਾਨ ਨਹੀਂ ਨੇ। ਕੀ ਦੇਖਦਾ ਹੈ ਕਿ ਐਸੀ ਕਲਾ ਵਰਤੀ ਹੈ ਕਿ ਜਿਹੜੇ ਦੁੰਬੇ ਸਨ ਸਾਰੇ ਧਰਤੀ ਦੇ ਉੱਤੇ ਪਏ ਹਨ। ਦੇਖਤ ਹੀ ਹਿਰਦੈ ਬਿਸਮਾਨਿਓ। ਤੇ ਦੇਖ ਕਰਕੇ ਜਾਣ ਗਿਆ ਕਿ ਇਹਨਾਂ ਦੇ ਤਾਂ ਪ੍ਰਾਣ ਹੀ ਨਿਕਲ ਗਏ ਨੇ। ਇਹ ਦੇਖ ਕਰਕੇ ਬੜਾ ਹੈਰਾਨ ਹੋਇਆ ਹੈ। ਭਾ ਅਚਰਜ ਕੁਛ ਜਾਏ ਨਾ ਜਾਣਿਓ। ਸੋਚਦਾ ਹੈ ਕਿ ਬੜੀ ਹੈਰਾਨੀ ਵਾਲੀ ਗੱਲ ਬਣੀ ਹੈ ਕਿ ਕੁਝ ਗੱਲ ਮੇਰੇ ਸਮਝ ਵਿੱਚ ਨਹੀਂ ਪੈ ਰਹੀ। ਜੇ ਦੁੰਬਨ ਕੇ ਖਾਵੰਦ ਆਹੂ। ਜਿਹੜਾ ਦੁੰਬਿਆਂ ਦਾ ਮਾਲਕ ਹੈ, 300 ਜਾਏ ਬੈਕ ਕੋ ਕਹਿਹੂ। ਉਹਨੂੰ ਜਾ ਕੇ ਮੈਂ ਕੀ ਦੱਸਾਂਗਾ? ਬਾਂਧ ਲੇਹ ਮੇਰੋ ਪਰਵਾਰਾ। ਉਹ ਤਾਂ ਮੇਰਾ ਪਰਿਵਾਰ ਹੀ ਬੰਨ ਲਏਗਾ। ਤਿਨ ਤੇ ਕਰੇ ਕੌਣ ਛੁਟਕਾਰਾ। ਤੇ ਉਸ ਮਾਲਕ ਕੋਲੋਂ ਮੈਨੂੰ ਹੁਣ ਕੌਣ ਛਡਾਵੇਗਾ? ਮੂਰਖ ਅਦਕ ਬਿਸੂਰ ਨ ਲਾਗਾ। ਇਹ ਵੱਡਾ ਮੂਰਖ ਤੇ ਬੜਾ ਝੂਰਨ ਲੱਗਾ ਹੈ। ਚਿੰਤਾ ਕਰਤ ਧੀਰ ਉਰ ਪਾਗਾ। ਸਾਰਾ ਧੀਰਜ ਜਾਂਦਾ ਰਿਹਾ ਤੇ ਚਿੰਤਾ ਵਿੱਚ ਡੁੱਬ ਗਿਆ। ਕਰਤ ਵਿਚਾਰ ਹਿਰਦੈ ਅਸ ਆਈ। ਵਿਚਾਰ ਕਰਦਿਆਂ ਕਰਦਿਆਂ ਇਹ ਗੱਲ ਮਨ ਵਿੱਚ ਆਈ ਹੈ, ਮੈਂ ਸੰਤਨ ਸੋ ਪੁਰਖ ਅਲਾਈ। ਹੁਣ ਇਹ ਗੱਲ ਮਨ ਵਿੱਚ ਆ ਗਈ ਕਿ ਮੈਂ ਜਿਹੜੇ ਸੰਤ ਬੈਠੇ ਨੇ ਨਾ, ਉਹਨਾਂ ਨੂੰ ਕਠੋਰ ਬਚਨ ਕਿਹਾ ਹੈ, ਉਹਨਾਂ ਨਾਲ ਮੈਂ ਸਹੀ ਤਰ੍ਹਾਂ ਪੇਸ਼ ਨਹੀਂ ਆਇਆ। ਜਿਨ੍ਹਾਂ ਸੰਤਾਂ ਨੂੰ ਜਾ ਕੇ ਨਮਸਕਾਰ ਕਰਨੀ ਬਣਦੀ ਸੀ, ਮਹਾਂਪੁਰਖਾਂ ਨੂੰ, ਸਾਧੂਆਂ ਨੂੰ, ਤੇ ਮੇਰੀ ਉਲਟੀ ਬਿਰਤੀ ਹੈ। ਜਿਹੜੇ ਬਚਨ ਬਾਣੀ ਅੰਦਰ ਪੜ੍ਹਦੇ ਹਨ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਜਿਨ੍ਹਾਂ ਦਾ ਸਤਿਕਾਰ ਆਦਰ ਮਾਨ ਕਰਨਾ ਬਣਦਾ ਹੈ ਪ੍ਰਭੂ ਦੇ ਪਿਆਰਿਆਂ ਦਾ, ਉਹਨਾਂ ਨਾਲ ਤਾਂ ਇਹ ਲੋਕ ਵੈਰ ਕਰਨ ਲੱਗ ਪਏ। ਤੇ ਜਿਹੜੇ ਦੁਸ਼ਟ ਲੋਕ ਨੇ, ਵਿਕਾਰਾਂ ਦੇ ਵਿੱਚ ਭਰੇ ਰਹਿੰਦੇ ਨੇ, ਜਿਨ੍ਹਾਂ ਦੇ ਮਨ, ਉਹਨਾਂ ਨਾਲ ਬਹੁਤਾ ਪ੍ਰੇਮ ਕਰਦੇ। ਇਹ ਜਾਣ ਗਿਆ ਕਿ ਮੈਂ ਇਹ ਜਿਹੜੇ ਸੰਤ ਬੈਠੇ ਹਨ, 3 ਪੁਰਖ ਬੈਠੇ ਨੇ, ਇਹਨਾਂ ਨੂੰ ਮੈਂ ਕਠੋਰ ਬਚਨ ਕਹੇ ਹਨ। ਤੇ ਦੁਖਾਏ ਮੈਂ ਇਹ ਫਲ ਪਾਵਾ। ਤੇ ਉਹਨਾਂ ਦਾ ਹਿਰਦਾ ਦੁਖੀ ਕੀਤਾ ਹੈ ਤੇ ਉਹਦੇ ਬਦਲੇ ਮੈਨੂੰ ਇਹ ਫਲ ਮਿਲਿਆ ਹੈ। ਕਰ ਨਿਰਣੈ ਐਸੇ ਠਹਿਰਾਵਾ। ਹੁਣ ਇਸ ਤਰ੍ਹਾਂ ਇਹਨੇ ਮਨ ਵਿੱਚ ਨਿਰਣਾ ਕੀਤਾ ਹੈ। ਪੂਰਨ ਦੌਰ ਜੇ ਬਹੁ ਅਕੁਲਾਵਾ। ਤੇ ਬੜੀ ਛੇਤੀ ਦੌੜਿਆ, ਵਿਆਕੁਲ ਹੋਇਆ, ਦੁਖੀ ਹੋਇਆ। ਆਏ ਗੁਰੂ ਪਗ ਸ਼ੀਸ਼ ਝੁਕਾਵਾ। ਇਹ ਅਯਾਲੀ ਜਿਹੜਾ ਦੁੰਬੇ ਚਾਰਨ ਵਾਲਾ ਸੀ, ਆ ਗਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਪਾਸ, ਜਿਨ੍ਹਾਂ ਨੂੰ ਕਹਿੰਦਾ ਸੀ ਚੋਰ ਹੋ ਕੇ ਲੁਟੇਰੇ ਹੋ, ਕਿਹਨੂੰ ਲੁੱਟਣ ਵਾਸਤੇ ਇੱਥੇ ਬੈਠੇ ਹੋ? ਪਰ ਹੁਣ ਅਕਲ ਟਿਕਾਣੇ ਆ ਗਈ। ਉਸੇ ਵਕਤ, ਕਿਉਂਕਿ ਦੁੱਖ ਹੈ ਹੀ ਦਾਰੂ ਹੈ, ਸੁੱਖ ਵਿੱਚ ਤਾਂ ਬੰਦਾ ਸਭ ਕੁਝ ਭੁਲਾ ਬੈਠਦਾ ਹੈ। ਜਦੋਂ ਦੁੱਖ ਸਾਹਮਣੇ ਦੇਖਿਆ ਤੇ ਫਿਰ ਆਪਣੀ ਭੁੱਲ ਜਿਹੜੀ ਸੀ ਬਖਸ਼ਾਉਣ ਵਾਸਤੇ ਅਕਲ ਟਿਕਾਣੇ ਆਈ ਤੇ ਮਹਾਰਾਜ ਦੇ ਚਰਨੀ ਆ ਕੇ ਪਿਆ ਹੈ। ਪਰੇ ਰਹਿਓ ਨਹਿ ਉਠਾਇਓ। ਸਤਿਗੁਰਾਂ ਦੇ ਚਰਨਾਂ ਦੇ ਉੱਤੇ ਪੈ ਗਿਆ ਤੇ ਠਾਇਆ ਵੀ ਨਹੀਂ ਸੀ ਉੱਠਦਾ। ਤੇ ਬਿਲੋਕ ਗੁਰ ਬੈਨ ਅਲਾਇਓ। ਇਹਨੂੰ ਦੇਖ ਕੇ ਸਤਿਗੁਰੂ ਜੀ ਕਹਿਣ ਲੱਗੇ, ਉਹ ਕਾਰਜ ਬਿਗੜਿਓ ਹੈ ਤੇਰੋ। ਓਏ ਆਲੀ, ਕਿਹੜਾ ਕੰਮ ਤੇਰਾ ਹੁਣ ਵਿਗੜ ਗਿਆ ਹੈ? ਮੁਰ ਆਇਓ ਪੈ ਕੀਨ ਕਨੇਰੋ। ਤੂੰ ਬੜਾ ਡਰਿਆ ਹੋਇਆ ਹੈ ਤੇ ਵਾਪਸ ਮੁੜ ਆਇਆ ਹੈ। ਸੁਨੋ ਸੰਤ ਜੀ ਕਹਾਂ ਬਖਾਨੋ। ਹੱਥ ਜੋੜ ਕੇ ਕਹਿੰਦਾ ਕਿ ਸੰਤ ਜੀ ਸੁਣੋ, ਮੈਂ ਕੀ ਦੱਸਾਂ। ਤੁਮੇ ਅੰਤਰ ਜਾਮੀ ਸਭ ਜਾਨੋ। ਤੁਸੀਂ ਤਾਂ ਅੰਤਰਜਾਮੀ ਹੋ ਨਾ, ਤੁਸੀਂ ਤਾਂ ਅੰਦਰ ਦੀਆਂ ਜਾਣਦੇ ਹੋ, ਸਭ ਜਾਣਦੇ ਹੋ। ਤਦਪ ਆਪਨੇ ਬੂਝਨ ਕੀਨਾ। ਫਿਰ ਵੀ ਆਪ ਜੇ ਮੇਰਾ ਦੁੱਖ ਪੁੱਛਦੇ ਹੋ ਮੇਰੇ ਤਾਈਂ। ਅਚਰਜ ਸੁਨਹੁ ਕਹੋ ਹਵੈ ਦੀਨਾ। ਤੇ ਮੈਂ ਹੁਣ ਦੀਨ ਹੋ ਕੇ, ਨਿਮਾਣਾ ਹੋ ਕੇ
ਮੈਂ ਗਰੀਬ ਤੁਹਾਡੇ ਅੱਗੇ ਅਰਜ਼ ਕਰਦਾ ਹਾਂ, ਸੁਣਨੀ ਕਰੋ। ਮੈਥੋਂ ਦੁੰਬਨ ਕੀਰ ਚਰਾਵਾ, ਮਹਾਰਾਜ ਮੈਂ ਤਾਂ ਦੁੰਬਿਆਂ ਦਾ ਚਰਾਵਾ ਹਾਂ। ਤਿਨਹਿ ਸ਼ੋਰ ਤੁਮਰੇ ਟਿਗਿਆਵਾ, ਉਹਨਾਂ ਦੁੰਬਿਆਂ ਨੂੰ ਛੱਡ ਕੇ ਘਾਹ ਚਰਨ ਵਾਸਤੇ ਛੱਡਿਆ ਤੇ ਤੁਹਾਡੇ ਕੋਲ ਆ ਗਿਆ। ਜਬ ਮੈਂ ਬੋਲਿਓ ਬਚਨ ਕਠੋਰੇ, ਸਤਿਗੁਰੂ ਜੀ ਜਦੋਂ ਤੁਹਾਡੇ ਪ੍ਰਤੀ, ਆਪ ਜੀਆਂ ਪ੍ਰਤੀ ਮੈਂ ਕਠੋਰ ਬਚਨ ਬੋਲੇ ਹਨ, ਤਬ ਹੀ ਮਰ ਗਏ ਦੁੰਬੇ ਮੋਰੇ, ਤੇ ਉਸੇ ਵਕਤ ਜਿਹੜੇ ਮੇਰੇ ਦੁੰਬੇ ਸੀ ਉਹ ਮਰ ਗਏ ਹਨ। ਬਖਸ਼ੋ ਜਿਤੋ ਕਰਿਓ ਅਪਦਾਦੂ, ਸਤਿਗੁਰੂ ਕਿਰਪਾ ਕਰੋ, ਜਿਹੜਾ ਮੈਂ ਅਪਰਾਧ ਕੀਤਾ ਹੈ ਨਾ, ਮੈਂ ਜਿਹੜੀ ਗਲਤੀ ਕੀਤੀ, ਆਪ ਕਿਰਪਾ ਕਰੋ ਤੇ ਮੇਰੀ ਇਹ ਭੁੱਲ ਬਖਸ਼ ਦਵੋ। ਖਿਮਾ ਰੂਪ ਕਰੁਣਾ ਕਰ ਸਾਧੂ, ਆਪ ਜੀ ਕਿਰਪਾਲੂ ਹੋ ਨਾ, ਕਿਰਪਾ ਦੀ ਖਾਂ ਨੂੰ ਜਿਹੜੇ ਸਾਧੂ ਹਨ ਉਹ ਤਾਂ ਖਿਮਾ ਕਰਨ ਵਾਲੇ ਹੁੰਦੇ ਨੇ। ਜੇ ਕਰ ਜਾਵੋ ਨਰ ਗਹਿ ਆਈ, ਜੇ ਮਹਾਰਾਜ, ਹਾਂਜੀ, ਜੇ ਕਰ ਜਾਵੋ ਨਰ ਗਹਿ ਆਈ, ਹਾਂ, ਜੇ ਮੈਂ ਇਸ ਤਰ੍ਹਾਂ ਘਰੇ ਜਾਵਾਂਗਾ ਤੇ ਜਿਹੜੇ ਇਹ ਦੁੰਬਿਆਂ ਦੇ ਮਾਲਕ ਨੇ ਮੈਨੂੰ ਫੜ ਲੈਣਗੇ। ਭਗੋ ਵਹਿਰ ਪਰਵਾਰ ਗਹਾਈ, ਜੇ ਮੈਂ ਭੱਜ ਜਾਵਾਂ ਤੇ ਮੇਰਾ ਪਰਿਵਾਰ ਨਗਰ ਚ ਰਹਿੰਦਾ ਹੈ ਤੇ ਮੇਰੇ ਪਰਿਵਾਰ ਨੂੰ ਕੈਦ ਕਰ ਲੈਣਗੇ। ਰਹਿਓ ਨ ਥਾਨ ਕਹੂੰ ਮੁਝ ਜਾਣੈ, ਹੁਣ ਮਹਾਰਾਜ ਮੇਰੇ ਕੋਲ ਕੋਈ ਥਾਂ ਨਹੀਂ ਰਿਹਾ, ਕੋਈ ਆਸਰਾ ਨਹੀਂ ਹੈ ਹੁਣ ਮੇਰਾ। ਜੇ ਮੈਂ ਭੱਜਦਾ ਹਾਂ, ਜੇ ਮੈਂ ਨਗਰ ਚ ਜਾਵਾਂ ਮੈਂ ਫੜਿਆ ਜਾਣਾ, ਤੇ ਜੇ ਮੈਂ ਭੱਜਦਾ ਤੇ ਮੇਰਾ ਪਰਿਵਾਰ ਕੈਦ ਕਰ ਲੈਣਗੇ। ਹੁਣ ਮੇਰਾ ਕੋਈ ਆਸਰਾ ਨਹੀਂ ਹੈ। ਸ਼ਰਨ ਆਇਓ ਮੈਂ ਕਿਰਪਾ ਨਿਦਾਨੇ, ਆਪ ਕਿਰਪਾ ਦੇ ਖਜ਼ਾਨੇ ਹੋ ਤੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਇੱਕ ਤੋ ਗਈ ਜੀਵਕਾ ਸਾਰੀ, ਇੱਕ ਤਾਂ ਮੇਰੀ ਜੀਵਕਾ ਚਲੀ ਗਈ, ਇਹੋ ਹੀ ਮੇਰਾ ਰੁਜ਼ਗਾਰ ਸੀ ਕਿ ਮੈਂ ਦੁੰਬੇ ਚਾਰਦਾ ਸੀ ਤੇ 4 ਟਕੇ ਮੈਨੂੰ ਮਿਲ ਜਾਂਦੇ ਸੀ ਤੇ ਮੈਂ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਇੱਕ ਤਾਂ ਮੇਰੀ ਜੀਵਕਾ ਚਲੀ ਗਈ ਹੈ, ਦੁਤੀਏ ਗਹਿ ਨਰ ਦੇਵ ਹੰਗਾਰੀ, ਤੇ ਦੂਜੇ ਇਹ ਲੋਕ ਮੈਨੂੰ ਫੜ ਕੇ ਤੇ ਬਹੁਤ ਸਜ਼ਾਵਾਂ ਦੇਣਗੇ। ਸੁਨ ਕੈ ਕਿਰਪਾ ਕੀਨ ਗੁਣ ਖਾਨੀ, ਗੁਣਾਂ ਦੀ ਖਾਨ ਸਤਿਗੁਰੂ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ। ਬਿਗਸਤ ਮੰਦ ਕਹੀ ਮ੍ਰਿਦਬਾਨੀ, ਸਤਿਗੁਰੂ ਜੀ ਮੁਸਕਰਾ ਪਏ ਤੇ ਹੱਸ ਕੇ ਸਤਿਗੁਰਾਂ ਨੇ ਬਚਨ ਕਹੇ। ਜਹਾਂ ਮਰੇ ਹੈ ਦੁੰਬੇ ਤੇਰੇ, ਗੁਰਦੇਵ ਕਹਿਣ ਲੱਗੇ ਤੂੰ ਚਿੰਤਾ ਕਿਉਂ ਕਰਦਾ ਹੈ, ਜਿੱਥੇ ਤੇਰੇ ਦੁੰਬੇ ਮਰੇ ਪਏ ਹਨ, ਚਲ ਕਰ ਜਾਓ ਅਬੈ ਤਿਸ ਠੌਰੇ, ਜਾ ਹੁਣ ਉਸ ਜਗ੍ਹਾ ਤੇ ਆਪਣੇ ਦੁੰਬਿਆਂ ਪਾਸ ਚੱਲ ਕੇ ਜਾ। ਵਾਹਿਗੁਰੂ ਮੁਖ ਨਾਮ ਉਚਰਿਓ, ਉੱਥੇ ਜਾ ਕੇ ਤੇ ਆਪਣੇ ਮੁਖ ਤੋਂ ਵਾਹਿਗੁਰੂ 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 ਜਾ ਕੇ ਉਚਾਰਨ ਕਰ। ਦੁੰਬੇ ਸਰਬ ਜਿਵਾਏ ਉਠ ਰਿਆ, ਇਹ ਸਾਰੇ ਜਿਹੜੇ ਮਰੇ ਹੋਏ ਜਿਹੜੇ ਦੁੰਬੇ ਤੈਨੂੰ ਦਿਸਦੇ ਨੇ ਉੱਠ ਪੈਣਗੇ। ਸੁਨਤ ਬਚਨ ਹਿਰਦੈ ਹਰ ਖਾਨਾ, ਸਤਿਗੁਰਾਂ ਦਾ ਇਹ ਬਚਨ ਸੁਣ ਕੇ ਬੜਾ ਪ੍ਰਸੰਨ ਹੋਇਆ ਚਰਾਵਾ ਜਿਹੜਾ ਸੀ। ਕਰ ਬੰਧਨ ਗਮਨਿਓ ਤੇ ਥਾਨਾ, ਸਤਿਗੁਰਾਂ ਨੂੰ ਨਮਸਕਾਰ ਕਰਕੇ ਉੱਥੇ ਚਲਾ ਗਿਆ। ਵਾਹਿਗੁਰੂ ਕਹਿ ਸਬੈ ਜਿਵਾਰੇ, ਉਹਨਾਂ ਦੁੰਬਿਆਂ ਦੇ ਪਾਸ ਜਾ ਕੇ ਵਾਹਿਗੁਰੂ 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 ਮੁਖੋਂ ਉਚਾਰਿਆ ਹੈ। ਸਤਿਗੁਰਾਂ ਦੀ ਐਸੀ ਵਡਿਆਈ ਕਿ ਸਤਿਗੁਰ ਮੇਰਾ ਮਾਰ ਜੀਵਲ ਹੈ, ਮਾਰਨ ਵਾਲੇ ਵੀ ਆਪ ਨੇ ਤੇ ਜੀਵਨ ਦਾਨ ਦੇਣ ਵਾਲੇ ਵੀ ਆਪ ਨੇ। ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹ ਸਾਰੇ ਦੁੰਬੇ ਜਿਹੜੇ ਸਨ ਉਹ ਜੀਵਤ ਹੋਏ ਹਨ। ਉੱਠ ਕੇ ਚਰਨ ਲੱਗੇ ਪੁਨ ਸਾਰੇ, ਉੱਠ ਕੇ ਸਾਰੇ ਹੀ ਉਹ ਘਾਹ ਨੂੰ ਚਰਨ ਲੱਗੇ ਨੇ। ਇਸ ਪ੍ਰਕਾਰ ਕੋ ਅਚਰਜ ਦੇਖਾ, ਇਸ ਤਰ੍ਹਾਂ ਇਹਨੇ ਹੈਰਾਨੀ ਵਾਲਾ ਇੱਕ ਕੌਤਕ ਦੇਖਿਆ ਹੈ। ਹਿਰਦੈ ਚਕ੍ਰਿਤ ਭਇਓ ਵਸੇਖਾ, ਬਹੁਤ ਹਿਰਦੇ ਵਿੱਚ ਹੈਰਾਨ ਹੋ ਗਿਆ ਹੈ। ਤਹ ਸਥਾਨ ਦੁੰਬੇ ਤਜ ਬ੍ਰਿੰਦਾ, ਜਿੱਥੇ ਦੇ ਦੁੰਬੇ ਚਾਰਦੇ ਸੀ ਨਾ, ਇਹਨੇ ਆਪਣੇ ਦੁੰਬੇ ਉਸੇ ਜਗ੍ਹਾ ਤੇ ਹੀ ਛੱਡ ਦਿੱਤੇ। ਬੈਠਿਓ ਨਿਕਟ ਆਨ ਸੁਖ ਕੰਦਾ, ਸੁੱਖਾਂ ਦੇ ਬੱਦਲ ਸਤਿਗੁਰਾਂ ਦੇ ਕੋਲ ਚੱਲ ਕੇ ਆ ਕੇ ਬੈਠ ਗਿਆ। ਕਹੈ ਕਿ ਅਬ ਮੈਂ ਕਹੂੰ ਨ ਜਾਵੋ, ਸਤਿਗੁਰਾਂ ਨੂੰ ਆ ਕੇ ਕਹਿਣ ਲੱਗਾ ਹੱਥ ਜੋੜ ਕੇ ਕਿ ਮਹਾਰਾਜ ਮੈਂ ਹੁਣ ਹੋਰ ਕਿਤੇ ਨਹੀਂ ਜਾਵਾਂਗਾ। ਤੁਮਰੇ ਪਗ ਕੀ ਸੇਵ ਕਮਾਵੋ, ਬਸ ਜਿੰਨਾ ਹੁਣ ਮੇਰਾ ਸਮਾਂ ਬਾਕੀ ਰਹਿੰਦਾ ਹੈ ਮੈਂ ਤੁਹਾਡੇ ਚਰਨਾਂ ਦੀ ਸੇਵਾ ਕਰਾਂਗਾ। ਤਿਹ ਕਹਿ ਰਹੇ ਨ ਗਇਓ ਅਵਾਸਾ, ਇਹਨੂੰ ਬਹੁਤ ਵਾਰ ਕਿਹਾ ਤੇ ਪਰ ਇਹ ਜਿਹੜਾ ਆਪਣੇ ਦੁੰਬੇ ਚਾਰਨ ਵਾਲਾ ਚਰਾਵਾ ਸੀ ਇਹ ਆਪਣੇ ਘਰ ਨਾ ਗਿਆ ਰਾਤ ਨੂੰ। ਰਹਿਓ ਰੈਨ ਸਤਿਗੁਰ ਕੇ ਪਾਸਾ, ਸਾਰੀ ਰਾਤ ਸਤਿਗੁਰਾਂ ਦੇ ਕੋਲ ਹੀ ਬੈਠਾ ਰਿਹਾ। ਭਈ ਪੋਰ ਦੁੰਬਨ ਕੇ ਮਾਲਿਕ, ਜਦ ਸਵੇਰ ਹੋਈ ਹੈ ਤੇ ਜਿਹੜੇ ਦੁੰਬਿਆਂ ਦੇ ਮਾਲਕ ਸਨ ਖੋਜਨ ਲਗੇ ਵਿਪਨ ਤਤਕਾਲਤ, ਜੰਗਲ ਵਿੱਚ ਆ ਕਰਕੇ ਆਪਣੇ ਦੁੰਬਿਆਂ ਨੂੰ ਲੱਭਣ ਲੱਗੇ ਹਨ। ਸਤਿਗੁਰ ਨਿਕਟ ਕਿਤਕ ਨਰ ਆਏ, ਕੁਝ ਕੁ ਮਨੁੱਖ ਚੱਲ ਕੇ ਸਤਿਗੁਰਾਂ ਦੇ ਕੋਲ ਆ ਗਏ। ਤਿਸਹਿ ਬਿਲੋਕਤ ਬੈਨ ਅਲਾਏ, ਮਹਾਰਾਜੀਆਂ ਨੂੰ ਦੇਖ ਕਰਕੇ ਇਸ ਤਰ੍ਹਾਂ ਕਹਿਣ ਲੱਗੇ ਜੱਡ ਤੂੰ ਬੈਠ ਰਹਿਓ ਇਹ ਥਾਏ। ਇਹ ਜਿਹੜਾ ਚਰਾਵਾ ਸੀ ਇਹ ਵੀ ਸਤਿਗੁਰਾਂ ਦੇ ਕੋਲ ਬੈਠਾ ਹੋਇਆ। ਜਦ ਉਹਨਾਂ ਲੋਕਾਂ ਨੇ ਆ ਕੇ ਤੇ ਇਸ ਨੂੰ ਦੇਖਿਆ ਹੈ ਕਿ ਦੁੰਬੇ ਤਾਂ ਇੱਕ ਪਾਸੇ ਰਹੇ, ਇਹ ਸਤਿਗੁਰਾਂ ਦੇ ਕੋਲ ਬੈਠਾ ਸੀ,
ਇਹਨੂੰ ਆ ਕੇ ਕਹਿਣ ਲੱਗੇ ਕਿ ਮੂਰਖਾ ਇੱਥੇ ਬੈਠਾ ਹੈ, ਸਗਰੇ ਦੁੰਬੇ ਕਹਾਂ ਗਵਾਏ, ਸਾਰੇ ਦੁੰਬੇ ਤੂੰ ਕਿੱਥੇ ਗਵਾ ਦਿੱਤੇ ਹਨ। ਕਿਹ ਸਥਾਨ ਮੈਂ ਦੀਨ ਦੁਰਾਏ, ਦੱਸ ਤਾਂ ਸਹੀ ਕਿਸ ਜਗ੍ਹਾ ਉਹਨਾਂ ਨੂੰ ਲੁਕਾਇਆ ਹੈ। ਗਹਿ ਮਾਰੇ ਨਤੂ ਦੇਹੋ ਬਤਾਏ, ਤੈਨੂੰ ਫੜ ਕੇ ਮਾਰ ਦਵਾਂਗੇ, ਨਹੀਂ ਤਾਂ ਸੱਚੋ ਸੱਚ ਦੱਸ ਕਿੱਥੇ ਹਨ। ਸੁਣ ਕਰ ਬੋਲਿਓ ਬਚਨ ਅਯਾਲੀ, ਇਹ ਜਿਹੜਾ ਅਯਾਲੀ ਸੀ ਇਹ ਬਚਨ ਸੁਣ ਕੇ, ਇਹਨਾਂ ਦੀ ਇਹ ਗੱਲ ਸੁਣ ਕੇ ਕਹਿਣ ਲੱਗਾ, ਇਹਾਂ ਨਾ ਬੋਲੋ ਗਿਰਾ ਕੋਟਾਲੀ, ਕਹਿਣ ਲੱਗਾ ਕਿ ਇਹਨਾਂ ਕੋਲ ਆ ਕੇ ਕਠੋਰ ਬਚਨ ਨਾ ਬੋਲੋ। ਮੈਂ ਵੀ ਵੱਡੀ ਭੁੱਲ ਕੀਤੀ ਸੀ ਜਦੋਂ ਮੈਂ ਮਹਿਮਾ ਨਹੀਂ ਸੀ ਜਾਣਦਾ, ਪਰ ਹੁਣ ਮੇਰੀ ਅਕਲ ਟਿਕਾਣੇ ਆ ਗਈ ਹੈ। ਇੱਥੇ ਆ ਕੇ ਤੁਸੀਂ ਇਸ ਤਰ੍ਹਾਂ ਕਠੋਰ ਬਚਨ ਨਾ ਕਹੋ। ਸੰਤ ਨਿਕਟ ਕਲ ਮੈਂ ਜਬ ਆਵਾ, ਕੱਲ ਜਦੋਂ ਮੈਂ ਇਹਨਾਂ ਸੰਤਾਂ ਦੇ ਕੋਲ ਚੱਲ ਕੇ ਆਇਆ ਸੀ, ਕਰੀ ਬੇਅਦਬੀ ਪੁਰਖ ਅਲਾਵਾ, ਮੈਂ ਵੀ ਇਹਨਾਂ ਸੰਤਾਂ ਦੀ ਬਹੁਤ ਬੇਅਦਬੀ ਕੀਤੀ ਸੀ, ਮੈਂ ਵੀ ਬੜੇ ਕਠੋਰ ਬਚਨ ਕਹੇ ਸੀ। ਪਾਤਤ ਛੇਨਾ ਦੁੰਬਨ ਕੋ ਨਾਸਾ, ਇਹ ਕਠੋਰ ਬਚਨ ਬੋਲਣ ਨਾਲ, ਇਹਨਾਂ ਸੰਤਾਂ ਦਾ ਨਿਰਾਦਰ ਕਰਨ ਦੇ ਨਾਲ ਮੈਨੂੰ ਇਹ ਫਲ ਮਿਲਿਆ ਕਿ ਮੇਰੇ ਦੁੰਬੇ ਹੀ ਸਾਰੇ ਮਰ ਗਏ। ਤਿਨ ਪਿਖ ਪੁਨ ਆਇਓ ਇਨ ਪਾਸਾ, ਉਹਨਾਂ ਮਰਿਆਂ ਨੂੰ ਦੇਖ ਕੇ ਮੈਂ ਇਹਨਾਂ ਦੇ ਕੋਲ ਆਇਆ ਸੀ। ਆਨ ਬੇਨਤੀ ਕੀਨ ਅਗਾਰੀ, ਇਹਨਾਂ ਦੇ ਚਰਨਾਂ ਚ ਆ ਕੇ ਮੈਂ ਬੇਨਤੀ ਕੀਤੀ ਹੈ। ਬੰਦੇ ਚਰਨ ਮਹਾ ਸੁਖਕਾਰੀ, ਤੇ ਇਹਨਾਂ ਦੇ ਜਿਹੜੇ ਚਰਨ ਨੇ ਨਾ, ਇਹ ਸੁਖ ਦੇਣ ਵਾਲੇ ਹਨ। ਸੁਨਤ ਸੰਤ ਇਨ ਬਚਨ ਉਚਾਰੇ, ਇਹਨਾਂ ਸੰਤਾਂ ਨੇ ਮੇਰੀ ਬੇਨਤੀ ਨੂੰ ਸੁਣ ਕੇ ਤੇ ਬਚਨ ਕਹੇ ਹਨ। ਵਾਹਿਗੁਰੂ ਕਹੈ ਲਿਹੋ ਜਿਵਾਰੇ, ਕਿ ਜਾ ਜਾ ਕੇ ਆਪਣੇ ਦੁੰਬਿਆਂ ਦੇ ਕੋਲ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਜਾ ਕੇ ਪੜ੍ਹ, ਤੇ ਤੇਰੇ ਜਿਹੜੇ ਦੁੰਬੇ ਜੀਵਤ ਹੋਣਗੇ। ਜਾਏ ਤਹਾਂ ਸੋ ਬਿਦ ਮੈਂ ਕੀਨੰ, ਜਾ ਕੇ ਉਹਨਾਂ ਦੇ ਕੋਲ ਮੈਂ ਇਸੇ ਤਰ੍ਹਾਂ ਵਿਧੀ ਨਾਲ ਪੜਿਆ ਹੈ ਵਾਹਿਗੁਰੂ। ਮਾਰੇ ਜਿਤੇ ਜਿਵਾਏ ਸੋ ਦੀਨੰ, ਜਿੰਨੇ ਮਰੇ ਪਏ ਸਨ ਸਾਰੇ ਹੀ ਜੀਵਤ ਹੋ ਗਏ ਨੇ। ਇਹ ਮੂਰਤ ਹੈ ਆਪ ਖੁਦਾਏ, ਮੈਂ ਇਹ ਜਾਣ ਗਿਆ ਕਿ ਖੁਦਾ ਦੀ ਮੂਰਤ ਹਨ, ਇਹ ਕਰਤਾ ਪੁਰਖ ਹਨ, ਇਹ ਆਪ ਹੀ ਮਾਰਨ ਅਤੇ ਜਿਵਾਲਣ ਵਾਲੇ ਨੇ। ਮੁਝ ਤੇ ਸੰਗ ਨਾ ਛੋੜਿਓ ਜਾਏ, ਹੁਣ ਮੇਰੇ ਕੋਲੋਂ ਇਹਨਾਂ ਦਾ ਸੰਗ ਨਹੀਂ ਛੱਡਿਆ ਜਾਂਦਾ। ਜਿੰਨਾ ਚਿਰ ਭੁੱਲਿਆ ਸੀ ਕਠੋਰ ਬਚਨ ਕਹੇ, ਜਿੰਨਾ ਚਿਰ ਨਹੀਂ ਸੀ ਜਾਣਦਾ ਇਹਨਾਂ ਨੂੰ, ਮੈਂ ਇਹਨਾਂ ਦੀ ਮਹਿਮਾ ਨਹੀਂ ਜਾਣ ਸਕਿਆ। ਪਰ ਹੁਣ ਮੈਂ ਜਾਣ ਗਿਆ ਕਿ ਖੁਦਾ ਦੀ ਪਾਕ ਮੂਰਤ ਨੇ, ਹੁਣ ਮੇਰੇ ਕੋਲੋਂ ਇਹਨਾਂ ਦਾ ਸੰਗ ਨਹੀਂ ਛੱਡਿਆ ਜਾਂਦਾ। ਦੁੰਬੇ ਚਾਰਨ ਤੁਮਰੇ ਤਿਆਗੇ, ਅੱਜ ਤੋਂ ਬਾਅਦ ਮੈਂ ਤੁਹਾਡੇ ਜਿਹੜੇ ਦੁੰਬੇ ਨੇ ਚਾਰਨੇ ਤਿਆਗ ਦਿੱਤੇ ਹਨ। ਖੋਜ ਲਿਹੋ ਬਨ ਮੈਂ ਅਬ ਆਗੇ, ਜਾਓ ਜਾ ਕੇ ਜੰਗਲ ਵਿੱਚ ਹੀ ਕਿਤੇ ਹੋਣਗੇ ਤੇ ਉਹਨਾਂ ਨੂੰ ਜਾ ਕੇ ਲੱਭ ਲਓ। ਮੋਰ ਭਰੋਸਾ ਸ਼ੋਰ ਬਹੋਰੀ, ਮੇਰਾ ਭਰੋਸਾ ਹੁਣ ਇਹਨਾਂ ਤੇ ਵੱਜ ਗਿਆ ਹੈ। ਮਾਲ ਸੰਭਾਰੋ ਵਿਪਨ ਟੰਡੋਰੀ, ਜਾਓ ਜਾ ਕੇ ਜੰਗਲ ਵਿੱਚੋਂ ਆਪਣੇ ਦੁੰਬਿਆਂ ਨੂੰ ਲੱਭ ਲਓ ਤੇ ਸੰਭਾਲ ਲਓ। ਮਾਨਵ ਸਰਬ ਸੁਨੇ ਬਿਸਮਾਨੇ, ਇਹ ਜਿਹੜੇ ਲੋਕ ਲੱਭਣ ਵਾਸਤੇ ਆਏ ਸੀ ਇਹਨੂੰ, ਜਦੋਂ ਸਤਿਗੁਰਾਂ ਦੀ ਮਹਿਮਾ ਸੁਣੀ ਹੈ ਕਸ਼ਮੀਰ ਦੇ ਲੋਕਾਂ ਨੇ, ਇਹ ਵੀ ਸਤਿਗੁਰਾਂ ਦੀ ਮਹਿਮਾ ਨੂੰ ਜਾਣ ਗਏ ਨੇ। ਸਾਚ ਬਿਰਤਾਂਤ ਜਬ ਹੈ ਮਨ ਜਾਣੇ, ਜਾਣ ਗਏ ਮਨ ਵਿੱਚ ਕਿ ਜੋ ਗੱਲ ਕਹਿ ਰਿਹਾ ਹੈ ਬਿਲਕੁਲ ਸੱਚੀ ਹੈ। ਗੁਰਪਦ ਬੰਦਨ ਕੀਨੀ ਸਭ ਹੀ, ਇਹ ਸਾਰੇ ਲੋਕਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਕਿਉਂਕਿ ਇੱਕ ਨੂੰ ਕੌਤਕ ਦਿਖਾਉਣਾ ਤੇ ਬਾਕੀ ਜਿਹੜੇ ਸਾਰੇ ਨਗਰ ਵਾਲੇ ਸਨ ਉਹ ਉਹਦੇ ਤੋਂ ਸੁਣ ਕੇ ਤੇ ਆਪ ਹੀ ਚਰਨਾਂ ਤੇ ਪੈ ਜਾਂਦੇ ਸੀ। ਫਿਰ ਉਹਨਾਂ ਨੂੰ ਸਤਿਗੁਰੂ ਜੀ ਸਿੱਖੀ ਧਾਰਨ ਕਰਵਾਉਂਦੇ, ਉਪਦੇਸ਼ ਦਿੰਦੇ ਕਿ ਪ੍ਰਭੂ ਦਾ ਸਿਮਰਨ ਕਰੋ, ਨਾਮ ਜਪੋ, ਤਾਂ ਤੁਹਾਡੀ ਕਲਿਆਣ ਹੋਵੇਗੀ, ਤੁਹਾਡਾ ਭਲਾ ਹੋਵੇਗਾ। ਜਦੋਂ ਆਪਣੇ ਨਗਰ ਦੇ ਬੰਦੇ ਤੋਂ ਇਹ ਗੱਲ ਸੁਣੀ ਹੈ, ਸਤਿਗੁਰਾਂ ਦੀ ਮਹਿਮਾ ਨੂੰ ਜਾਣ ਗਏ ਤੇ ਚਰਨੀ ਢਹਿ ਪਏ ਹਨ। ਖੋਜਿਓ ਬਹੁਤ ਵਿਪਨ ਕੋ ਤਬ ਹੀ, ਆਪਣੇ ਦੁੰਬਿਆਂ ਨੂੰ ਜੰਗਲ ਵਿੱਚੋਂ ਜਾ ਕੇ ਲੱਭਿਆ ਹੈ। ਦੁੰਬੇ ਲੈ ਨਗਰੀ ਮਹਿ ਆਏ, ਤੇ ਆਪਣੇ ਦੁੰਬੇ ਲੈ ਕੇ ਨਗਰ ਵਿੱਚ ਆ ਗਏ ਹਨ। ਜਸ ਗੁਰ ਕਾ ਤਬ ਵੱਡਿਓ ਮਹਾਏ, ਸਤਿਗੁਰਾਂ ਦਾ ਜਿਹੜਾ ਜਸ ਸੀ ਉਹ ਸਾਰੇ ਨਗਰ ਵਿੱਚ ਵੱਧ ਗਿਆ ਹੈ। ਸਭੀ ਲੋਕ ਮਿਲ ਚਰਣੀ ਲਾਗੇ, ਸਾਰੇ ਲੋਕ ਮਿਲ ਮਿਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਪਏ ਹਨ। ਭੇਟਾ ਤਰਹਿ ਉਪਾਇ ਨੇ ਆਗੇ, ਕੀਮਤੀ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਰੱਖਦੇ ਹਨ। ਖੁਸ਼ੀ ਹੋਣ ਸ੍ਰੀ ਗੁਰ ਕੀ ਲਾਗੀ, ਸਤਿਗੁਰਾਂ ਦੀ ਬਹੁਤੀ ਖੁਸ਼ੀ ਇਹਨਾਂ ਨਗਰ ਵਾਲਿਆਂ ਤੇ ਹੋਣ ਲੱਗੀ ਹੈ। ਬਾਹੁਲ ਲੈਣ ਲੱਗੇ ਵੱਡ ਪਾਗੀ, ਵੱਡਿਆਂ ਭਾਗਾਂ ਵਾਲੇ ਜਿਹੜੇ ਲੋਕ ਸਨ ਸਤਿਗੁਰਾਂ ਦੀ ਚਰਨ ਪੌਲ ਲੈਣ ਲੱਗੇ ਨੇ। ਸਤਿਗੁਰ ਕੋ ਸਿਮਰਨ ਮੁਖ ਕਰਹੀ, ਫਿਰ ਸਤਿਗੁਰਾਂ ਦਾ ਦਿੱਤਾ ਹੋਇਆ ਸਿਮਰਨ ਜਿਹੜਾ ਸੀ ਪ੍ਰਭੂ ਦਾ, ਉਹ ਆਪਣਾ ਮੁਖ ਤੋਂ ਸਿਮਰਨ ਕਰਨ ਲੱਗੇ ਹਨ। ਸਰਬ ਵਿਕਾਰ ਹਿਰਦੈ ਪਰ ਹਰਹੀ, ਸਿਮਰਨ ਕਰਦਿਆਂ ਕਰਦਿਆਂ ਸਾਰੇ ਵਿਕਾਰ ਹਿਰਦੇ ਤੋਂ ਦੂਰ ਕਰ ਦਿੱਤੇ ਨੇ। ਪੁਰ ਮਹਿ ਗਵਨੇ ਪੁਨ ਗੁਣ ਖਾਨੀ, ਗੁਣਾਂ ਦੀ ਖਾਨ ਸਤਿਗੁਰੂ ਪਹਿਲਾਂ ਨਗਰ ਤੋਂ ਬਾਹਰ ਬਿਰਾਜੇ ਸਨ,
ਹੁਣ ਮਹਾਰਾਜ ਨਗਰ ਦੇ ਵਿੱਚ ਚਲੇ ਗਏ ਨੇ। ਧਰਮਸਾਲ ਇੱਕ ਰਚੀ ਮਹਾਨੀ, ਨਗਰ ਦੇ ਵਿੱਚ ਜਾ ਕੇ ਬੜੀ ਸੋਹਣੀ ਧਰਮਸ਼ਾਲਾ ਜਿਹੜੀ ਸੀ ਉਹ ਸਥਾਪਿਤ ਕੀਤੀ ਹੈ। ਨਾਮਦਾਨ ਇਸ਼ਨਾਨ ਦ੍ਰਿੜਾਇਓ, ਇਹਨਾਂ ਲੋਕਾਂ ਨੂੰ ਭੁੱਲਿਆ ਹੋਇਆਂ ਨੂੰ ਪਰਮੇਸ਼ਰ ਦਾ ਨਾਮ ਜਪਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਦਾਨ ਕਰਨਾ, ਇਹ ਦ੍ਰਿੜ ਕਰਵਾਇਆ ਹੈ। ਸਿੱਖੀ ਮਗ ਤਿਸ ਦੇਸ਼ ਚਲਾਇਓ, ਇਸ ਦੇਸ਼ ਦੇ ਵਿੱਚ, ਇਲਾਕੇ ਦੇ ਵਿੱਚ ਸਿੱਖੀ ਦਾ ਰਸਤਾ ਜਿਹੜਾ ਸੀ ਉਹ ਤੋਰਿਆ, ਸਿੱਖੀ ਦੇ ਮਾਰਗ ਤੇ ਇਹਨਾਂ ਨੂੰ ਤੋਰਿਆ ਹੈ। ਮਹਿਮਾਪੁਰ ਮੈਂ ਬਦੀ ਅਪਾਰਾ, ਸਾਰੇ ਨਗਰ ਦੇ ਵਿੱਚ ਸਤਿਗੁਰਾਂ ਦੀ ਬਹੁਤੀ ਮਹਿਮਾ ਵਧੀ ਹੈ। ਲਿਖੈ ਸ਼ਬਦ ਗੁਰ ਕਰਹਿ ਉਚਾਰਾ, ਸਤਿਗੁਰਾਂ ਦੇ ਮੁਖਾਰ ਬਿਨ ਤੋਂ ਇਹ ਲੋਕ ਸ਼ਬਦ ਲਿਖ ਲੈਂਦੇ ਸਨ ਤੇ ਫਿਰ ਉਹਨਾਂ ਸ਼ਬਦਾਂ ਦਾ ਅਭਿਆਸ ਕਰਦੇ ਸੀ। ਅਜੋਕੇ ਸਮੇਂ 'ਚ ਵੀ ਜਿਹੜੇ ਗੁਰਸਿੱਖ ਪਿਆਰੇ ਹਨ ਉਹ ਬਾਣੀ ਜਿਹੜੀ ਹੈ ਉਹ ਕੰਠ ਕਰਦੇ ਨੇ, ਜਾਂ ਆਪਾਂ ਨੂੰ ਅੱਜ ਕੱਲ੍ਹ ਗੁਟਕੇ ਸਾਹਿਬ ਮਿਲ ਜਾਂਦੇ ਨੇ ਬਾਣੀ ਪੜ੍ਹਨ ਲਈ, ਪਰ ਉਸ ਸਮੇਂ ਜਦੋਂ ਸਤਿਗੁਰਾਂ ਦੇ ਕੋਲ ਆ ਕੇ ਇਹਨਾਂ ਨੇ ਸਿੱਖੀ ਧਾਰਨ ਕੀਤੀ ਹੈ, ਚਰਨ ਪਾਉ ਲਈ ਹੈ, ਤੇ ਫਿਰ ਆਪਣੀ ਜੀਵਨ ਦੇ ਕਲਿਆਣ ਵਾਸਤੇ ਜਿਹੜੇ ਮੁਖਾਰ ਬਿਨ ਤੋਂ ਸਤਿਗੁਰੂ ਸ਼ਬਦ ਉਚਾਰਦੇ ਉਹ ਸ਼ਬਦ ਲਿਖ ਲੈਂਦੇ। ਫਿਰ ਹਰ ਰੋਜ਼ ਉਹਨਾਂ ਸ਼ਬਦਾਂ ਦਾ ਅਭਿਆਸ ਕਰਦੇ ਸਨ, ਉਹ ਸ਼ਬਦ ਪੜ੍ਹਦੇ ਸੀ। ਪੜ੍ਹੇ ਪ੍ਰੀਤ ਸੋ ਕੀਰਤ ਕਰਹੀ, ਬੜੀ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ ਇਹ ਸ਼ਬਦ ਪੜ੍ਹਦੇ ਤੇ ਪ੍ਰਭੂ ਦੀ ਕੀਰਤੀ ਕਰਦੇ। ਸ੍ਰੀ ਨਾਨਕ ਮੈਂ ਸ਼ਰਧਾ ਤਰਹੀ, ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਵਿੱਚ ਪੂਰਨ ਸ਼ਰਧਾ ਰੱਖੀ ਹੈ। ਤਹ ਇੱਕ ਪੰਡਿਤ ਰਹਿਤ ਸੁਜਾਨਾ, ਇਸ ਕਸ਼ਮੀਰ ਦੀ ਧਰਤੀ ਤੇ ਇੱਕ ਬੜਾ ਚਤੁਰ ਪੰਡਿਤ ਰਹਿੰਦਾ ਸੀ ਜਿਹਦਾ ਇਤਿਹਾਸ ਵਿੱਚ ਨਾਮ ਬ੍ਰਹਮਦਾਸ ਕਰਕੇ ਲਿਖਿਆ ਹੈ। ਜਦੋਂ ਆਪਾਂ ਜਾਂਦੇ ਹਾਂ ਕਸ਼ਮੀਰ ਦੀ ਧਰਤੀ ਤੇ, ਮੰਦਿਰ ਦੇ ਸਾਹਮਣੇ ਗੁਰਦੁਆਰਾ ਵੀ ਸੁਸ਼ੋਭਿਤ ਹੈ, ਉੱਥੇ ਤਲਾਬ ਵੀ ਹੈ ਜਿੱਥੇ ਪੁਰਾਤਨ ਸਮੇਂ 7 ਕੋਨਿਆਂ ਦੇ ਉੱਤੇ ਸ਼ੇਰੇ ਪੰਜਾਬ ਵੇਲੇ ਉੱਥੇ ਪ੍ਰਕਾਸ਼ ਵੀ ਹੁੰਦੇ ਸਨ। ਸੋ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਸ ਨਗਰ ਦੇ ਵਿੱਚ ਜਾ ਕੇ ਪਹੁੰਚਦੇ ਨੇ ਤੇ ਇੱਥੋਂ ਦਾ ਰਹਿਣ ਵਾਲਾ ਜਿਹੜਾ ਬ੍ਰਹਮਦਾਸ ਪੰਡਿਤ ਸੀ, ਜਿਨੇ ਬਹੁਤ ਵਿਦਿਆ ਦਾ ਅਧਿਐਨ ਕੀਤਾ ਸੀ, ਸਭ ਵਿਦਿਆ ਮੈਂ ਨਿਪੁੰਨ ਨਿਦਾਨਾ, ਹਰ ਤਰ੍ਹਾਂ ਦੀ ਵਿਦਿਆ ਦੇ ਵਿੱਚ ਬੜਾ ਨਿਪੁੰਨ ਸੀ ਤੇ ਵਿਦਿਆ ਦਾ ਖਜ਼ਾਨਾ ਇਹਨੇ ਇਕੱਠਾ ਕੀਤਾ ਹੋਇਆ ਸੀ। ਸਾਰੇ ਇਹਨੇ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਜਿਹੜੇ ਸਨ ਉਹ ਪੜ੍ਹੇ ਹੋਏ ਸਨ। ਸ੍ਰੀ ਨਾਨਕ ਮਹਿਮਾ ਤਿਨ ਸੁਣੀ, ਸਤਿਗੁਰਾਂ ਨੇ ਇਹਦੀ ਮਹਿਮਾ ਸੁਣੀ ਹੈ ਕਿ ਬਹੁਤ ਪੰਡਿਤ ਵਿਦਵਾਨ ਹੈ। ਦਰਸ਼ਨ ਕਰੋ ਹਿਰਦੈ ਅਸਗੁਨੀ, ਤੇ ਇਹਨੇ ਵੀ ਸਤਿਗੁਰਾਂ ਦੀ ਮਹਿਮਾ ਸੁਣੀ ਹੈ ਕਿ ਪੂਰਨ ਸੰਤ ਸਾਡੇ ਨਗਰ ਵਿੱਚ ਆਏ ਹਨ ਤੇ ਬਹੁਤ ਲੋਕਾਂ ਦਾ ਉਦਰ ਝੁਕਾਅ ਹੈ। ਇਹਨੂੰ ਵਿਦਿਆ ਦਾ ਮਾਣ ਸੀ ਕਿ ਮੈਂ ਬਹੁਤ ਵਿਦਿਆ ਪੜ੍ਹਿਆ ਹੋਇਆ ਤੇ ਮੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ। ਇਸ ਕਰਕੇ ਇਹਨੇ ਮਨ ਵਿੱਚ ਵਿਚਾਰਿਆ ਹੈ ਕਿ ਮੈਂ ਵੀ ਚੱਲ ਕੇ ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਨੂੰ ਮਿਲਾਂ। ਪੁਸਤਕ ਲਦੇ ਉਸ਼ਟ ਜਿਨ ਦੋ, ਇਸ ਬ੍ਰਹਮਦਾਸ ਨੇ ਜਿਹੜੀਆਂ ਪੁਸਤਕਾਂ ਸੀ ਉਹ 2 ਊਂਟਾਂ ਦੇ ਉੱਤੇ ਲੱਦੀਆਂ ਹੋਈਆਂ ਸੀ, ਜਾਂ ਇੰਨੀਆਂ ਪੁਸਤਕਾਂ ਸੀ 2 ਊਂਟਾਂ ਜਿੰਨਾ ਭਾਰ ਇਹਦੇ ਕੋਲ ਸੀ, ਜਿਹਦੇ ਨਾਲ ਵੀ ਇਹ ਚਰਚਾ ਕਰਦਾ, ਚਰਚਾ ਵਿੱਚ ਜਿੱਤ ਕੇ ਉਹਦੇ ਗ੍ਰੰਥ ਖੋਹ ਲੈਂਦਾ ਸੀ, ਆਪਣੇ ਕਬਜ਼ੇ 'ਚ ਕਰ ਲੈਂਦਾ ਸੀ ਕਿ ਤੂੰ ਚਰਚਾ 'ਚ ਹਾਰ ਚੁੱਕਿਆ ਹੈ। ਤੇ ਜਦੋਂ ਬੰਦਾ ਕਿਸੇ ਨਾਲ ਚਰਚਾ ਕਰਨ ਦੀ ਆਦਤ ਪੈ ਜਾਵੇ, ਫਿਰ ਚਰਚਾ ਕਰਦਿਆਂ ਕਰਦਿਆਂ ਜਦੋਂ ਜਿੱਤਣ ਲੱਗ ਪਵੇ ਤੇ ਫਿਰ ਜਿੱਤ ਕੇ ਮਨ 'ਚ ਹੰਕਾਰ ਆਉਣਾ ਤੇ ਸੁਭਾਵਿਕ ਹੀ ਹੈ ਨਾ। ਇੱਕ ਤਾਂ ਕਿ ਬੈਠ ਕੇ ਵਿਚਾਰ ਕਰਨੀ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇੱਕ ਤਾਂ ਇਹ ਚਰਚਾ ਕਰਨੀ, ਬ੍ਰਹਮ ਦੀ ਚਰਚਾ ਕਰਨੀ ਬੈਠ ਕੇ, ਪਰ ਇੱਕ ਹੈ ਕਿ ਜਿਹੜੀ ਵਿਤੰਡਾ ਜਿਹੜੀ ਚਰਚਾ ਹੈ ਕਿ ਜਿਹੜੀ ਚਰਚਾ ਕਰਦਿਆਂ ਕਰਦਿਆਂ ਝਗੜੇ ਖੜੇ ਕਰਨੇ, ਦੂਜਿਆਂ ਨੂੰ ਵੀ ਕਈ ਵਿਵਾਦਾਂ ਦੇ ਵਿੱਚ ਲੈ ਆਉਣਾ, ਇਹ ਦੱਸਣਾ ਕਿ ਮੈਂ ਬਹੁਤ ਜ਼ਿਆਦਾ ਵਿਦਵਾਨ ਹਾਂ, ਬੜਾ ਵੱਡਾ ਗਿਆਨੀ ਹਾਂ, ਮੇਰੇ ਕੋਲ ਬਹੁਤ ਜ਼ਿਆਦਾ ਗੁਣ ਹੈ, ਮੈਂ ਕਿਸੇ ਨੂੰ ਚਰਚਾ ਦੇ ਵਿੱਚ ਕਿਸੇ ਕੋਲੋਂ ਹਾਰਦਾ ਨਹੀਂ। ਇਸ ਤਰ੍ਹਾਂ ਬ੍ਰਹਮਦਾਸ ਦਾ ਜਿਹੜਾ ਜੀਵਨ ਸੀ ਕਿ ਇਹਨੇ ਲੋਕਾਂ ਨੂੰ ਜਿੱਤ ਲੈਣਾ, ਉਹਨਾਂ ਦੀਆਂ ਪੁਸਤਕਾਂ ਖੋਹ ਲੈਣੀਆਂ ਤੇ ਆਪਣੇ ਕਬਜ਼ੇ 'ਚ ਕਰ ਲੈਣੀਆਂ। ਇਹ ਹੰਕਾਰੀ ਪੰਡਿਤ ਸੀ ਬ੍ਰਹਮਦਾਸ। ਗਮਨਤ ਸੰਗ ਰਹਿਤ ਹੈ ਸੋਊ, ਹਾਂ, ਪੁਸਤਕ 2 ਊਂਠ ਜਿਹੜੇ ਸਨ ਇਹਨੇ ਲੱਦੇ ਹੋਏ ਸਨ ਪੁਸਤਕਾਂ ਦੇ, ਤੇ ਨਾਲ ਹੀ ਰੱਖਦਾ ਸੀ। ਸਾਲਗ੍ਰਾਮ ਗਲੇ ਮਹਿ ਪਾਵਾ, ਤੇ ਜਿਹੜਾ ਸਾਲਗ੍ਰਾਮ ਪੱਥਰ ਸੀ ਉਹ ਆਪਣੇ ਗਲੇ ਵਿੱਚ ਇਹਨੇ ਪੰਡਿਤ ਨੇ ਪਾਇਆ ਸੀ। ਤਨ ਮਹਿ ਦਵਾਦਸ ਤਿਲਕ ਲਗਾਵਾ, ਆਪਣੇ ਸਰੀਰ ਦੇ ਉੱਤੇ ਬ੍ਰਹਮਦਾਸ ਨੇ 12 ਤਿਲਕ ਲਗਾਏ ਸਨ। ਜਹ ਬੈਠੇ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੇ ਕੁਲ ਦੇ ਦੀਪਕ ਸਤਿਗੁਰੂ ਬਿਰਾਜਮਾਨ ਨੇ, ਸੋ ਪੰਡਤ ਚੱਲ ਆਏ ਸਮੀਪਾ। ਇਹ ਪੰਡਤ ਬ੍ਰਹਮਦਾਸ ਚੱਲ ਕੇ ਸਤਿਗੁਰਾਂ ਦੇ ਕੋਲ ਆ ਗਿਆ। ਬੈਠਿਓ ਰਾਮ ਰਾਮ ਕੋ ਕਰ ਕੈ, ਸਤਿਗੁਰਾਂ ਨੂੰ ਆ ਕੇ ਕੋਲ ਬੈਠ ਗਿਆ ਤੇ ਰਾਮ ਰਾਮ ਆਪਣੇ ਮੁਖੋਂ ਕਿਹਾ ਹੈ। ਵਿਦਿਆ ਗਰਭ ਰਹਿਓ ਉਰ ਪਰ ਕੈ, ਹੁਣ ਵਿਦਿਆ ਦਾ ਜਿਹੜਾ ਮਾਨ ਸੀ ਉਹਦੇ ਨਾਲ ਇਹਦਾ ਹਿਰਦਾ ਭਰਿਆ ਹੋਇਆ ਸੀ।
ਮਹਾਰਾਜ ਦੇ ਬਚਨ ਬਾਣੀ ਅੰਦਰ ਪੜ੍ਹਦੇ ਹਾਂ ਕਿ ਜਿਹੜੀ ਵਿਦਿਆ ਹੈ ਇਹ ਵੀ ਹੰਕਾਰ ਦਾ ਕਾਰਨ ਬਣ ਜਾਂਦੀ ਹੈ ਕਿ ਵਿਦਿਆ ਤਾਂ ਲਾਭਦਾਇਕ ਹੈ ਜੇ ਉਹਦੇ ਨਾਲ ਪਰਉਪਕਾਰ ਕਰੇ, ਦੂਜਿਆਂ ਦਾ ਭਲਾ ਕਰੇ। ਹਾਂ, ਮਹਾਰਾਜ ਦਾ ਬਚਨ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ ਕਿ ਗੁਰਮੁਖ ਨਿਮਾਣਾ ਹੋ। ਜੇ ਤੂੰ ਕੁਝ ਜਾਣਦਾ ਹੈ ਤੇ ਨਿਮਾਣਾ ਬਣ ਕੇ ਰਹਿ। ਇਹ ਨਾ ਕਹਿ ਕਿ ਜੋ ਕੁਝ ਮੈਂ ਜਾਣਦਾ ਤੇ ਮੇਰੇ ਤੋਂ ਵੱਧ ਕੋਈ ਹੋਰ ਜਾਣਦਾ ਹੀ ਨਹੀਂ ਹੈ। ਦੂਜਿਆਂ ਨੂੰ ਨੀਵਾਂ ਦਿਖਾਉਣ ਵਾਸਤੇ ਵਿਦਿਆ ਪੜ੍ਹਨੀ, ਇਹ ਤਾਂ ਫਿਰ ਹੰਕਾਰ ਦੇ ਨਾਲ ਅੰਦਰ ਭਰਿਆ ਹੋਇਆ ਸੀ। ਇਸ ਤਰ੍ਹਾਂ ਬ੍ਰਹਮਦਾਸ ਦਾ ਆਰਾਮ ਆਰਾਮ ਕਹਿ ਕੇ ਸਤਿਗੁਰਾਂ ਦੇ ਕੋਲ ਬੈਠ ਗਿਆ। ਬੋਲਿਓ ਬਹਰੋ ਬਚਨ ਦੁਰਾਸਾ। ਫਿਰ ਸਤਿਗੁਰਾਂ ਦੇ ਕੋਲ ਆ ਕੇ ਬੈਠ ਕੇ ਤੇ ਖੋਟੀ ਜੀ ਆਸ ਦੇ ਅੰਦਰ ਸੀ ਤੇ ਇਸ ਤਰ੍ਹਾਂ ਕਹਿਣ ਲੱਗਾ, ਸੰਤ ਹੋਏ ਕਿਉਂ ਖਾਵਤ ਮਾਸਾ। ਕਿਉਂਕਿ ਸਤਿਗੁਰਾਂ ਨੇ ਆਪਣੇ ਤਨ ਦੇ ਉੱਤੇ ਇੱਕ ਪੋਸ਼ਾਕ ਕੁੜਤੀ ਪਹਿਨੀ ਸੀ ਜਿਹੜੀ ਖਲ ਦੀ ਬਣੀ ਸੀ। ਇਹ ਦੇਖ ਕੇ ਕਹਿਣ ਲੱਗਾ ਕਿ ਸੰਤ ਹੋ ਕੇ ਤੁਸੀਂ ਮਾਸ ਦੇ ਧਾਰਨੀ ਕਿਉਂ ਹੋਏ ਹੋ? ਕਿਉਂ ਤਨੇ ਉੱਪਰ ਚਰਮੰ ਲੀਨਾ। ਕਿਉਂ ਤੁਸੀਂ ਤਨ ਦੇ ਉੱਤੇ ਇਹ ਜਿਹੜਾ ਚੰਮ ਹੈ, ਇਹ ਜਿਹੜੀ ਖਲ ਹੈ ਇਹ ਪਾਈ ਹੈ? ਇਹ ਤੁਮ ਕਰਮ ਵਿਪ ਪਰਜੈ ਕੀਨਾ। ਇਹ ਤੁਸੀਂ ਕੰਮ ਬਹੁਤ ਉਲਟ ਕੀਤਾ ਹੈ। ਕਿਉਂਕਿ ਜੇ ਬੰਦੇ ਕੋਲ 4 ਉਹਨੇ ਅੱਖਰ ਪੜ੍ਹੇ ਹੋਣ ਨਾ ਤੇ ਫਿਰ ਉਹਦੇ ਅੰਦਰ ਹੁੰਦਾ ਹੈ ਕਿ ਕੋਈ ਨਾ ਕੋਈ ਮੈਂ ਜਾ ਕੇ ਨੁਕਤਾਚੀਨੀ ਕਰਾਂ ਤੇ ਦੱਸਾਂ ਕਿ ਮੈਂ ਗਿਆਨੀ, ਮੈਂ ਵਿਦਵਾਨ, ਮੈਂ ਪੰਡਤ ਹਾਂ। ਇਸ ਤਰ੍ਹਾਂ ਗੁਰੂ ਜੀ ਨੂੰ ਆ ਕੇ ਕਹਿਣ ਲੱਗਾ ਕਿ ਤੁਸੀਂ ਕਾਹਦੇ ਸੰਤ, ਆਪਣੇ ਤਨ ਦੇ ਉੱਤੇ ਤੁਸੀਂ ਆ ਕੁੜਤੀ ਜਿਹੜੀ ਪਹਿਨੀ ਹੈ ਇਹ ਖਲ ਦੀ ਬਣੀ ਹੈ, ਇਹ ਤੁਸੀਂ ਬੜਾ ਉਲਟ ਕੰਮ ਕੀਤਾ ਹੈ। ਗੁਰੂ ਉੱਪਰ ਤਬ ਥੀ ਪੁਸਤੀਨ। ਸਤਿਗੁਰਾਂ ਨੇ ਤਨ ਦੇ ਉੱਤੇ ਇੱਕ ਕੁੜਤੀ ਪਹਿਨੀ ਸੀ ਖਲ ਦੀ। ਸੁਨ ਪੰਡਿਤ ਕੇ ਬਚਨ ਪ੍ਰਬੀਨੰ। ਤੇ ਜਿਹੜਾ ਬੜਾ ਚਤੁਰ ਬੜਾ ਸਿਆਣਾ ਬ੍ਰਹਮਦਾਸ ਪੰਡਤ ਸੀ, ਇਹਦੀ ਗੱਲ ਸੁਣ ਕੇ ਸਿੱਖਿਆ ਦੇਨ ਹੇਤ ਤਿਹ ਸੰਗਾ। ਸਤਿਗੁਰੂ ਜੀ ਇਹਨੂੰ ਸਿੱਖਿਆ ਦੇਣ ਵਾਸਤੇ, ਉਪਦੇਸ਼ ਦੇਣ ਵਾਸਤੇ ਉਚਰਿਓ ਸ਼ਬਦ ਸੋ ਪ੍ਰੇਮ ਉਮੰਗਾ। ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਇੱਕ ਪਾਵਨ ਸ਼ਬਦ ਉਚਾਰਨ ਕੀਤਾ ਸਿੱਖਿਆ ਦੇਣ ਲਈ। ਤੇ ਗੁਰੂ ਜੀ ਦੀ ਸਿੱਖਿਆ ਸਾਡੇ ਸਾਰਿਆਂ ਵਾਸਤੇ ਹੈ। ਸ੍ਰੀ ਮੁਖ ਵਾਕ ਸ਼੍ਰੋਮਣੀ ਮੁਖ ਦੇ ਬਚਨ ਹਨ ਸਤਿਗੁਰੂ ਜੀ ਦੇ। ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਦੇ ਅੰਦਰ ਪਹਿਲੇ ਸਤਿਗੁਰੂ ਜੀ ਉਚਾਰਨ ਕਰਦੇ ਨੇ, ਪੜ ਪੜ ਗੱਦੀ ਲੱਦੀ ਐ। ਹਾਂਜੀ, ਮਹਾਰਾਜ ਕਹਿੰਦੇ ਇੰਨੀ ਕੋ ਵਿਦਿਆ ਪੜ ਲਵੇ, ਪੜ ਪੜ ਗੱਡੀ ਲੱਦੀ ਹੈ। ਜਿਸ ਤਰ੍ਹਾਂ ਇਹਨੇ ਊਂਟ ਭਰੇ ਹੋਏ ਸਨ ਗ੍ਰੰਥਾਂ ਦੇ ਨਾਲ, ਤੇ ਗੁਰਦੇਵ ਕਹਿੰਦੇ ਜੇ ਕੋਈ ਬੰਦਾ ਇੰਨੀ ਵਿਦਿਆ ਪੜ ਲਏ ਕਿ ਗ੍ਰੰਥਾਂ ਨੂੰ ਊਂਟਾਂ ਦੇ ਉੱਤੇ ਲੱਦ ਲਏ, ਗੱਡੀਆਂ ਦੇ ਉੱਤੇ ਲੱਦ ਲਏ, ਪੜ ਪੜ ਭਰੀ ਐ ਸਾਥ। ਤੇ ਪੜ ਪੜ ਕੇ ਉਹਨਾਂ ਗ੍ਰੰਥਾਂ ਨੂੰ ਤੇ ਆਪਣੇ ਨਾਲ ਹੀ ਚੁੱਕੀ ਫਿਰਦਾ ਹੋਵੇ, ਆਪਣੇ ਨਾਲ ਹੀ ਰੱਖਦਾ ਹੋਵੇ। ਪੜ ਪੜ ਬੇੜੀ ਪਾਈ ਐ। ਇੰਨੇ ਗ੍ਰੰਥ ਪੜ ਲੈ ਕੇ ਪੜ ਪੜ ਕੇ ਬੇੜੀਆਂ ਹੀ ਭਰ ਲਏ। ਪੜ ਪੜ ਗੱਡੀ ਐ ਖਾਤ। ਪੜ ਪੜ ਗੱਡੀ ਐ ਖਾਤ ਕੇ ਖੱਤੇ ਟੋਏ ਪੂਰ ਦਿੱਤੇ ਜਾਣ, ਵੱਡੇ ਵੱਡੇ ਟੋਏ ਪੁੱਟ ਕੇ ਉਹਨਾਂ ਨੂੰ ਪੂਰਿਆ ਜਾਵੇ, ਭਰਿਆ ਜਾਵੇ ਗ੍ਰੰਥਾਂ ਦੇ ਨਾਲ। ਪੜੀ ਹੈ ਜੇਤੇ ਬਰਸ ਬਰਸ। ਜਿੰਨੇ ਸਾਲ ਮਿਲੇ ਹਨ, ਕਈ ਸਾਲਾਂ ਤੱਕ ਵਿਦਿਆ ਪੜਦਾ ਰਹੇ, ਗ੍ਰੰਥਾਂ ਨੂੰ ਪੜ੍ਹੇ। ਪੜੀ ਹੈ ਜੇਤੇ ਮਾਸ। ਕਈ ਮਹੀਨੇ ਗ੍ਰੰਥ ਪੜਦਾ ਰਹੇ। ਪੜੀ ਹੈ ਜੇਤੀ ਆਰਜਾ। ਇੱਥੋਂ ਤੱਕ ਕਿ ਜੇਤੀ ਆਰਜਾ, ਜਿੰਨੀ ਉਮਰ ਮਿਲੀ ਹੈ ਸਾਰੀ ਉਮਰ ਹੀ ਆਪਣੀ ਪੜਨ ਵਿੱਚ ਲਾ ਦਵੇ। ਪੜੀ ਹੈ ਜੇਤੇ ਸਾਸ। ਜਿੰਨੇ ਸਾਹ ਮਿਲੇ ਨੇ, ਕਈਆਂ ਨੂੰ ਇਹ ਵੀ ਬੜਾ ਮਾਣ ਹੁੰਦਾ ਹੈ ਕਿ ਆਪਾਂ ਹਰ ਸਾਹ ਹੀ ਕੋਈ ਨਾ ਕੋਈ ਗੱਲ ਆਪਾਂ ਪੜ੍ਹਦੇ ਰਹਿੰਦੇ ਹਾਂ, ਵਿਦਿਆ ਪੜ੍ਹਦੇ ਰਹਿੰਦੇ ਹਾਂ। ਕਈ ਸਾਲ ਆਪਾਂ ਇੰਨੀ ਵਿਦਿਆ ਪੜ੍ਹ ਲਈ, ਕਈ ਮਹੀਨੇ ਪੜ੍ਹੀ ਹੈ, ਕਈ ਤਾਂ ਕਹਿੰਦੇ ਨੇ ਜੀ ਸਾਰੀ ਉਮਰ ਹੀ ਸਾਡੀ ਲੰਘ ਗਈ, ਅਸੀਂ ਇੰਨਾ ਅਧਿਐਨ ਕਰ ਲਿਆ। ਪੜ੍ਹਨਾ ਚੰਗੀ ਗੱਲ ਹੈ, ਪਰ ਉਹ ਪੜ੍ਹਿਆ ਲਾਭਦਾਇਕ ਹੈ ਜਿਹਨੂੰ ਪੜ੍ਹ ਕੇ ਪਰਉਪਕਾਰ ਵਾਲੀ ਬਿਰਤੀ ਰੱਖੇ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਗੁਰਦੇਵ ਕਹਿੰਦੇ ਇੰਨਾ ਜ਼ਿਆਦਾ ਪੜ੍ਹ ਲਏ, ਗੱਡੀਆਂ ਭਰ ਲਏ, ਗ੍ਰੰਥ ਆਪਣੇ ਨਾਲ ਚੁੱਕੀ ਫਿਰਦਾ ਹੋਵੇ, ਬੇੜੀਆਂ ਭਰ ਲਏ, ਟੋਏ ਪੂਰ ਦਵੇ, ਜਿੰਨੇ ਸਾਲ ਕਈ ਸਾਲ ਪੜ੍ਹਦਾ ਰਹੇ, ਕਈ ਮਹੀਨੇ ਪੜ੍ਹੇ, ਜਿੰਨੀ ਉਮਰ ਹੈ, ਜਿੰਨੇ ਸਾਹ ਮਿਲੇ ਨੇ, ਇੰਨੀ ਉਮਰ ਪੜ੍ਹਦਾ ਰਹੇ। ਨਾਨਕ ਲਿਖੈ ਇੱਕ ਗੱਲ। ਗੁਰਦੇਵ ਕਹਿੰਦੇ ਨੇ ਪਰ ਪਰਮਾਤਮਾ ਦੀ, ਪ੍ਰਭੂ ਦੀ ਦਰਗਾਹ ਵਿੱਚ ਇੱਕੋ ਗੱਲ ਲਿਖੇ ਪੈਂਦੀ, ਇੱਕੋ ਗੱਲ ਲਿਖੇ ਲੱਗਦੀ ਹੈ। ਹੋਰ ਹਉਮੈ ਚਖਣਾ ਚਾਖ। ਤੇ ਉਹ ਗੱਲ ਕਿਹੜੀ ਹੈ? ਇੱਕ ਪ੍ਰਭੂ ਦੀ ਸਿਫਤ ਸਲਾਹ, ਇੱਕ ਉਹਦੀ ਕੀਰਤੀ ਜਿਹੜੀ ਹੈ ਨਾ, ਉਹੀ ਲਿਖੇ ਵਿੱਚ ਪੈਂਦੀ ਹੈ। ਹੋਰ ਹਉਮੈ ਝਖਣਾ ਝਾਕ, ਹੋਰ ਤਾਂ ਪੜਿਆ ਹੋਇਆ ਹਉਮੈ ਵਿੱਚ ਝੱਖ ਮਾਰਨੀ ਭਾਵ ਫਜ਼ੂਲ ਹੈ। ਜੇ ਪੜ੍ਹ ਕੇ ਪਰਉਪਕਾਰ ਹੀ ਨਾ ਕੀਤਾ, ਜੇ ਪੜ੍ਹ ਕੇ ਆਪਣੇ ਮਨ ਨੂੰ ਨਹੀਂ ਨਾ ਸਮਝਾਇਆ, ਜੇ ਪੜ੍ਹ ਕੇ ਆਪਣਾ ਹੰਕਾਰ ਹੀ ਨਾ ਗਵਾਇਆ, ਜੇ ਪੜ੍ਹ ਕੇ ਪ੍ਰਭੂ ਦੀ ਕੀਰਤੀ ਵੱਲ ਹੀ ਨਾ ਲੱਗਾ, ਤੇ ਫਿਰ ਇਹਨਾਂ ਪੜ੍ਹਨ ਦਾ ਲਾਭ ਕੀ ਹੈ? ਫਿਰ ਤਾਂ ਗੁਰਦੇਵ ਕਹਿੰਦੇ ਹਨ ਕਿ ਪੜ੍ਹਿਆ ਮੂਰਖ ਆਖੀਆ ਜਿਸ ਲੱਭ ਲੋਭ ਅਹੰਕਾਰ। ਜੇ ਪੜ੍ਹ ਕੇ ਲੋਭ ਹੀ ਵੱਧ ਗਿਆ ਕਿ ਮੈਂ ਲੋਕਾਂ ਦੇ ਜੇਬਾਂ ਕੱਟਣੀਆਂ ਨੇ, ਭਾਵ ਕਿ ਥੋੜ੍ਹੇ ਬਹੁਤੇ ਪੈਸਿਆਂ ਨਾਲ ਵੀ ਜਿਹਦਾ ਕੰਮ ਸਰ ਸਕਦਾ ਸੀ, ਪਰ ਨਹੀਂ,
ਮੈਂ ਵਿੱਦਿਆ ਇੰਨੀ ਪੜ੍ਹੀ ਹੈ ਕਿ ਮੈਂ ਤਾਂ ਇਹਦੇ ਕੋਲੋਂ ਲੱਖਾਂ ਰੁਪਈਏ ਕਮਾਣੇ ਨੇ। ਮਨ ਵਿੱਚ ਲੋਭ ਹੈ ਨਾ, ਹੰਕਾਰ ਇਹਨਾਂ ਆ ਗਿਆ ਕਿ ਮੇਰੇ ਜਿੰਨਾ ਪੜ੍ਹਿਆ ਕੌਣ ਹੈ, ਮੈਂ ਤਾਂ ਕਿਸੇ ਨੂੰ ਗੱਲ ਵੀ ਨਹੀਂ ਕਿਸੇ ਨਾਲ ਕਰ ਸਕਦਾ, ਕਿਉਂਕਿ ਮੇਰੇ ਕੋਲ ਪੜ੍ਹਾਈ ਬੜੀ ਹੈ ਤੇ ਮੇਰੇ ਬਰਾਬਰ ਦਾ ਬੰਦਾ ਕੋਈ ਮੇਰੇ ਸਾਹਮਣੇ ਲਿਆਓ। ਪਾਤਸ਼ਾਹ ਕਹਿੰਦੇ ਨੇ ਪੜ੍ਹਿਆ ਹੋਇਆ ਹਉਮੈ ਵਿੱਚ ਝੱਖ ਮਾਰਨੀ ਹੈ, ਕਿਉਂਕਿ ਇੱਕ ਗੱਲ ਪੜ੍ਹੀ ਲਿਖੇ ਵਿੱਚ ਪਏਗੀ, ਜਿਹੜੀ ਪ੍ਰਭੂ ਦੀ ਸਿਫਤ ਸਲਾਹ ਹੈ, ਉਹਦੀ ਬੰਦਗੀ ਕੀਤੀ ਹੋਈ, ਉਹਦਾ ਨਾਮ ਜਪਿਆ ਹੋਇਆ, ਉਹੀ ਲੇਖੇ ਵਿੱਚ ਪੈਂਦਾ ਹੈ। ਬਾਕੀ ਤਾਂ ਹਉਮੈ ਵਿੱਚ ਝੱਖ ਮਾਰਨ ਵਾਲੀ ਗੱਲ ਹੈ। ਦੋਹਰਾ ਸੁਨ ਪੰਡਤ ਬਿਨ ਸਤਿਗੁਰੂ, ਇਹ ਉਪਦੇਸ਼ ਜਦੋਂ ਸਤਿਗੁਰਾਂ ਨੇ ਸੁਣਾਇਆ ਹੈ, ਮਾਰਗ ਹਾਥ ਨ ਆਏ। ਗੁਰਦੇਵ ਕਹਿਣ ਲੱਗੇ ਪੰਡਤ ਬ੍ਰਹਮਦਾਸ ਸੁਣ, ਪੂਰੇ ਗੁਰੂ ਤੋਂ ਬਿਨਾ ਬੰਦੇ ਦੇ ਹੱਥ ਜਿਹੜਾ ਰਸਤਾ ਹੈ ਉਹ ਨਹੀਂ ਲੱਗਦਾ। ਜਿਸ ਕਾਰਨ ਵਾਸਤੇ ਸੰਸਾਰ ਵਿੱਚ ਆਇਆ ਹੈ, ਜਿਸ ਪ੍ਰਭੂ ਦੀ ਪ੍ਰਾਪਤੀ ਲਈ ਸੰਸਾਰ ਵਿੱਚ ਆਇਆ ਹੈ, ਜਿੰਨਾ ਚਿਰ ਇਹ ਪੂਰੇ ਗੁਰੂ ਨੂੰ ਧਾਰਨ ਨਹੀਂ ਕਰਦਾ, ਉਹਨਾਂ ਚਿਰ ਉਹ ਮਾਰਗ ਤੇ ਰਸਤਾ ਹੱਥ ਨਹੀਂ ਲੱਗਦਾ। ਬਿਨ ਤਾਰੀ ਤਾਰੋ ਪਰੇ ਪ੍ਰਿਓ, ਤੇ ਜਿਸ ਤਰ੍ਹਾਂ ਬਿਨ ਤਾਰੀ ਤਾਰੋ ਭਿਰਿਓ, ਜਿਹੜਾ ਤਾਲਾ ਹੈ ਜੰਦਰਾ ਹੈ ਬੰਦ ਹੋਵੇ ਤੇ ਬਿਨਾਂ ਚਾਬੀ ਤੋਂ ਨਹੀਂ ਖੁੱਲਦਾ। ਖੁੱਲੇ ਨਾ ਕਰੇ ਉਪਾਏ, ਜਿੰਨਾ ਮਰਜੀ ਯਤਨ ਕਰੀ ਜਾਵੇ ਚਾਬੀ ਤੋਂ ਬਿਨਾਂ ਜੰਦਰਾ ਨਹੀਂ ਖੁੱਲੇਗਾ। ਇਸੇ ਤਰ੍ਹਾਂ ਪੂਰੇ ਗੁਰੂ ਤੋਂ ਬਿਨਾਂ ਜਿਹੜਾ ਮਾਰਗ ਹੈ ਉਹ ਨਹੀਂ ਮਿਲਦਾ, ਰਸਤਾ ਨਹੀਂ ਮਿਲਦਾ। ਕਿਉਂਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਪੂਰੇ ਸਤਿਗੁਰੂ ਤੋਂ ਬਿਨਾਂ ਨਾ ਸਤਿਗੁਰੂ ਕਹਿੰਦੇ ਨਾ ਕਿਸੇ ਨੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ ਤੇ ਨਾ ਕੋ ਆਉਣ ਵਾਲੇ ਸਮੇਂ 'ਚ ਕਰ ਸਕੇਗਾ, ਕਿਉਂਕਿ ਗੁਰੂ ਹੀ ਭੇਦ ਖੋਲਦਾ ਹੈ, ਗੁਰੂ ਹੀ ਪਰਦਾ ਦੂਰ ਕਰਦਾ ਹੈ। ਇਸ ਲਈ ਸਤਿਗੁਰੂ ਜੀ ਨੇ ਉਪਦੇਸ਼ ਬ੍ਰਹਮਦਾਸ ਨੂੰ ਦਿੱਤਾ ਹੈ। ਚੌਪਈ ਪੂਰਨ ਪੁੰਜ ਪੁੰਨ ਜਬ ਹੋਏ। ਇਹ ਵੀ ਹੁਣ ਦੱਸ ਦਿੱਤਾ ਕਿ ਪੂਰਾ ਗੁਰੂ ਮਿਲਦਾ ਕਦੋਂ ਹੈ, ਜਦੋਂ ਜੀਵ ਦੇ ਪੂਰਨ ਪੁੰਜ ਪੁੰਨ ਜਬ ਹੋਏ, ਜਦੋਂ ਜੀਵ ਦੇ ਪੁੰਜ ਬਹੁਤੇ ਪੁੰਨ ਇਕੱਠੇ ਹੋਣ। ਮਿਲਹਿ ਗੁਰੂ ਉਪਦੇਸਹਿ ਸੋਏ, ਫਿਰ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਪੂਰੇ ਗੁਰੂ ਦਾ ਉਪਦੇਸ਼ ਜੀਵ ਧਾਰਨ ਕਰਦਾ ਹੈ। ਜਿੰਨਾ ਚਿਰ ਪੁੰਨੀ ਚੰਗੇ ਕਰਮ ਹੀ ਨਾ ਸਾਹਮਣੇ ਆਉਣ, ਉਹਨਾਂ ਚਿਰ ਬੰਦਾ ਚੱਲ ਕੇ ਗੁਰੂ ਦੇ ਅੱਗੋਂ ਵੀ ਲੰਘ ਜਾਂਦਾ ਹੈ, ਗੁਰੂ ਦੀ ਸਿੱਖਿਆ ਨੂੰ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ। ਤੇ ਇਸੇ ਲਈ ਤਾਂ ਗੁਰਦੇਵ ਕਹਿੰਦੇ ਨੇ ਕਿ ਵੱਡ ਭਾਗੀ ਹਨ ਉਹ ਜਿਹੜੇ ਚੱਲ ਕੇ ਸੰਗਤ ਵਿੱਚ ਆਉਂਦੇ ਨੇ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਭਾਗਾਂ ਤੋਂ ਹੀਣਿਆਂ ਨੂੰ ਨਾ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਉਪਦੇਸ਼ ਲੈਣ ਦੀ ਤਾਂ ਗੱਲ ਦੂਰ ਦੀ। ਜਿਨ੍ਹਾਂ ਦੇ ਭਾਗ ਜਾਗਦੇ ਨੇ, ਚੰਗੇ ਕਰਮ ਹਨ, ਉਹ ਪੂਰੇ ਗੁਰੂ ਕੋਲ ਆ ਕੇ ਉਪਦੇਸ਼ ਲੈਂਦੇ ਹਨ। ਸਾਰਾ ਸਾਰ ਲਿਖਾਵੈ ਜਬੈ, ਫਿਰ ਸੱਚ ਕੀ ਹੈ ਤੇ ਝੂਠ ਕੀ ਹੈ, ਇਹ ਗੁਰੂ ਸਾਹਿਬ ਸਾਨੂੰ ਜਣਾਉਂਦੇ ਹਨ, ਦੱਸਦੇ ਹਨ। ਗ੍ਰਹਿਣ ਤਿਆਗਿਓ ਜਾਣੈ ਤਬੈ, ਫਿਰ ਕਿਹੜੀ ਵਸਤੂ ਨੂੰ ਆਪਾਂ ਗ੍ਰਹਿਣ ਕਰਨਾ ਹੈ ਤੇ ਕਿਹੜੀ ਨੂੰ ਤਿਆਗਣਾ ਹੈ, ਇਹ ਵੀ ਗੱਲ ਆ ਕੇ ਗੁਰੂ ਕੋਲੋਂ ਸਾਨੂੰ ਉਪਦੇਸ਼ ਮਿਲਦਾ ਹੈ। ਇਹ ਦੱਸਦੇ ਹਨ ਕਿ ਸੱਚ ਕੀ ਹੈ, ਇੱਕ ਪ੍ਰਭੂ ਦਾ ਨਾਮ ਹੀ ਸੱਚ ਹੈ। ਝੂਠ ਕੀ ਹੈ, ਜੋ ਕੁਝ ਦਿਸ ਰਿਹਾ ਹੈ ਝੂਠ ਹੈ। ਮਹਾਰਾਜ ਦੇ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਇਹ ਸੱਚ ਹੈ। ਰਾਮ ਗਇਓ ਰਾਵਨ ਗਇਓ ਜਾਕੋ ਬਹੁ ਪਰਿਵਾਰ, ਕਹੂ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਬਾਕੀ ਸਾਰਾ ਸੰਸਾਰ ਸੁਪਨੇ ਮਾਤਰ ਝੂਠ ਹੈ। ਗ੍ਰਹਿਣ ਕੀ ਕਰਨਾ ਹੈ, ਇੱਕ ਪ੍ਰਭੂ ਦਾ ਨਾਮ, ਇਹਨੂੰ ਗ੍ਰਹਿਣ ਕਰਨਾ ਹੈ। ਕਿਉਂਕਿ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਤਿਆਗਣਾ ਕੀ ਹੈ, ਤਿਆਗਨ ਤਿਆਗਨ ਨੀਕਾ। ਮਹਾਰਾਜ ਕਹਿੰਦੇ ਹਨ ਜੇ ਤਿਆਗਣਾ ਹੈ ਤੇ ਤਿਆਗਣਾ ਕਰੋ, ਕਾਮ ਕ੍ਰੋਧ ਲੋਭ ਨੂੰ ਤਿਆਗ ਦਿਓ। ਇਹ ਗੁਰੂ ਕੋਲੋਂ ਹੀ ਆ ਕੇ ਪਤਾ ਲੱਗਦਾ ਸੱਚ ਕੀ ਹੈ, ਝੂਠ ਕੀ ਹੈ, ਕੀ ਤਿਆਗਣਾ ਹੈ ਤੇ ਕਿਹਨੂੰ ਗ੍ਰਹਿਣ ਕਰਨਾ ਹੈ। ਇਹ ਸਤਿਗੁਰੂ ਉਪਦੇਸ਼ ਦਿੰਦੇ ਹਨ। ਮਿਟੈ ਭ੍ਰਮ ਚਿਤ ਸ਼ਾਂਤੀ ਪਾਏ, ਜਦੋਂ ਉਪਦੇਸ਼ ਹਿਰਦੇ ਵਿੱਚ ਗੁਰੂ ਦਾ ਘਰ ਕਰਦਾ ਹੈ ਨਾ ਤੇ ਭਰਮ ਮਿਟ ਜਾਂਦਾ ਹੈ। ਭਰਮ ਕੀ, ਉਹੀ ਭਰਮ ਪਿਆ ਹੋਇਆ, ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਮੰਨ ਕੇ ਬੈਠੇ ਹਾਂ ਅਸਲ ਵਿੱਚ ਸੱਚਾ ਨਹੀਂ ਹੈ, ਇਹ ਭਰਮ ਦੂਰ ਹੋ ਜਾਂਦਾ ਹੈ ਤੇ ਫਿਰ ਹਿਰਦੇ ਵਿੱਚ ਸ਼ਾਂਤੀ ਆ ਜਾਂਦੀ ਹੈ। ਅਨਕ ਕਲਪਨਾ ਹਿਰਦੈ ਨ ਸਾਏ, ਇਹ ਅਨੇਕ ਕਲਪਨਾ ਜਿਹੜਾ ਹਿਰਦਾ ਕਰਦਾ ਪਿਆ ਹੈ ਕਿ ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ, ਮੈਂ ਹੁਣੇ ਕਰ ਲਵਾਂ ਜਾਂ ਮੈਂ ਫੇਰ ਕਰਾਂਗਾ, ਕਈ ਤਰ੍ਹਾਂ ਦੀਆਂ ਕਲਪਨਾ ਮਨ 'ਚ ਚੱਲਦੀਆਂ ਨੇ। ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ, ਭਰਮ ਦੂਰ ਹੋ ਜਾਵੇ, ਹਿਰਦੇ 'ਚ ਸ਼ਾਂਤੀ ਆ ਜਾਂਦੀ ਹੈ, ਫਿਰ ਕਲਪਨਾ ਜਿਹੜੀਆਂ ਨੇ, ਸੰਕਲਪ ਵਿਕਲਪ ਫੁਰਨੇ, ਇਹ ਮਿਟ ਜਾਂਦੇ ਨੇ। ਫਿਰ ਗੁਰੂ ਦੀ ਰਜ਼ਾ ਦੇ ਵਿੱਚ ਜਿਹੜਾ ਮਨ ਹੈ ਉਹ ਹਿਰਦਾ ਚੱਲਣ ਲੱਗ ਪੈਂਦਾ ਹੈ ਕਿ ਜੋ ਕੁਝ ਕਰਨਾ ਹੈ ਉਹ ਮੇਰੇ ਮਾਲਕ ਨੇ ਕਰਨਾ ਹੈ। ਫਿਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਹੀ ਉਹ ਆਪਣਾ ਕਦਮ ਪੁੱਟਦਾ ਹੈ। ਇਹ ਗੁਰੂ ਜੀ ਕਹਿੰਦੇ ਸਿੱਖਿਆ ਗੁਰੂ ਤੋਂ ਮਿਲਦੀ ਹੈ। ਵਹਿਰ ਬੇਪਰਖ ਦ੍ਰਿਸ਼ਟ ਨ ਤਾਰੈ, ਤੇ ਵਹਿਰ ਇਸੇ ਤਰ੍ਹਾਂ
ਬਾਹਰਲੇ ਇਸੇ ਪ੍ਰਕਾਰ ਭੇਖ ਦੇ ਵਿੱਚ ਆਪਣੀ ਦ੍ਰਿਸ਼ਟੀ ਨਹੀਂ ਧਾਰਦਾ। ਅੰਤਰਮੁਖੀ ਬ੍ਰਿਤ ਕੋ ਪਾਰੈ। ਜੋ ਕੁਝ ਬਾਹਰ ਦਿਸਦਾ ਪਿਆ ਹੈ ਇਹਦੇ ਉੱਤੇ ਉਹ ਦ੍ਰਿਸ਼ਟੀ ਨਹੀਂ ਰੱਖਦਾ। ਜਿਹਦੇ ਅੰਦਰ ਗੁਰੂ ਦਾ ਉਪਦੇਸ਼ ਟਿਕ ਜਾਂਦਾ ਹੈ ਨਾ, ਉਹ ਫਿਰ ਬਾਹਰਲੇ ਭੇਖ ਵੇਖ ਕਰਕੇ ਆਪਣਾ ਮਨ ਨਹੀਂ ਡੋਲਣ ਦਿੰਦਾ, ਉਹ ਆਪਣੀ ਬਿਰਤੀ ਨੂੰ ਅੰਤਰਮੁਖ ਕਰ ਲੈਂਦਾ ਹੈ। ਸੁਨ ਪੰਡਤ ਉਰ ਲੇਹੋ ਵਿਚਾਰੀ। ਸਤਿਗੁਰੂ ਜੀ ਕਹਿੰਦੇ ਬ੍ਰਹਮਦਾਸ ਇਹ ਗੱਲ ਸਾਡੀ ਸੁਣ ਤੇ ਆਪਣੇ ਹਿਰਦੇ 'ਚ ਵਿਚਾਰ ਕਰ। ਜਬ ਲੋ ਮਨ ਮੈਂ ਵਿਸ਼ਾ ਬੇਕਾਰੀ। ਜਿੰਨਾ ਚਿਰ ਮਨ ਵਿੱਚ ਵਿਸ਼ੇ ਵਿਕਾਰ ਹਨ, ਵਹਿਰ ਭੀਖ ਤਬ ਲਉ ਸਭ ਕਾਚਾ। ਉਹਨੇ ਚਿਰ ਲਈ ਬਾਹਰਲਾ ਭੇਖ ਕੱਚਾ ਹੈ। ਸਾਚ ਸੰਗ ਰੰਚਕ ਨਹਿਰਾਚਾ। ਸੱਚ ਦੇ ਨਾਲ ਰੱਤੀ ਭਰ ਵੀ ਨਹੀਂ ਜੁੜੇ। ਸਹਿ ਸੀਸ ਜਮ ਡੰਡ ਬੇਸਾਲਾ। ਜੇ ਕੱਲਾ ਭੇਖ ਹੀ ਧਾਰੀ ਫਿਰਦੇ ਆ ਤੇ ਫਿਰ ਜਮਾਂ ਦੇ ਡੰਡੇ ਸਿਰ ਤੇ ਜ਼ਰੂਰ ਪੈਣਗੇ। ਸਦਾ ਫਸੇ ਤ੍ਰਿਸ਼ਨਾ ਕੇ ਜਾਲਾ। ਤ੍ਰਿਸ਼ਨਾ ਦੇ ਜਾਲ ਵਿੱਚ ਸਦਾ ਹੀ ਫਸੇ ਰਹਾਂਗੇ। ਕਾਮ ਕ੍ਰੋਧ ਮਦ ਮਾਨ ਬਲੀਨੇ। ਕਾਮ ਦੇ ਨਾਲ, ਕ੍ਰੋਧ ਦੇ ਨਾਲ, ਹੰਕਾਰ ਦੇ ਨਾਲ ਇਹ ਮਨ ਮਲੀਨ ਹੋਇਆ ਹੈ। ਨਿਜ ਸਰੂਪ ਲਖਹਿ ਨ ਮਤਹੀਨੇ। ਤੇ ਮਤਹੀਣੀ ਹੋਣ ਕਰਕੇ ਆਪਣਾ ਨਿਜ ਸਰੂਪ ਉਹਨੂੰ ਜਾਣਦੇ ਨਹੀਂ ਹਾਂ। ਪੂਰਬ ਪੁੰਨ ਪੁੰਜ ਹਵੈ ਜਬ ਹੀ। ਜਦੋਂ ਬਹੁਤੇ ਪੁੰਨ ਚੰਗੇ ਕਰਮ ਬੰਦੇ ਦੇ ਸਾਹਮਣੇ ਆਉਣ, ਮਿਲਹਿ ਕਿਰਪਾ ਕਰ ਸਤਿਗੁਰ ਤਬ ਹੀ। ਫਿਰ ਪੂਰੇ ਸਤਿਗੁਰੂ ਕਿਰਪਾ ਦੇ ਨਾਲ ਮਿਲ ਪੈਂਦੇ ਹਨ। ਨਿਜ ਸਰੂਪ ਕੋ ਦੇਹ ਦਿਖਾਈ। ਫਿਰ ਜਿਹੜਾ ਨਿਜ ਸਰੂਪ ਆਤਮ ਸਰੂਪ ਹੈ ਉਹਨੂੰ ਸਤਿਗੁਰੂ ਜਣਾ ਦਿੰਦੇ ਨੇ, ਦਿਖਾ ਦਿੰਦੇ ਨੇ। ਪਰਮ ਕਰਮ ਤੇ ਲੇਹ ਛੁਡਾਈ। ਤੇ ਜਿਹੜੇ ਭਰਮ ਵਾਲੇ ਕਰਮ ਨੇ ਉਹਨਾਂ ਤੋਂ ਛੁਡਾ ਲੈਂਦੇ ਨੇ, ਕਿਉਂਕਿ ਹਲੇ ਅਗਿਆਨਤਾ ਕਰਕੇ, ਭਰਮ ਕਰਕੇ ਆਪਣੇ ਨਿਜ ਸਰੂਪ ਨੂੰ ਭੁੱਲੇ ਹੋਏ ਆ ਕਿ ਵਾਸਤਵ ਦੇ ਵਿੱਚ ਆਪਣਾ ਸਰੂਪ ਆਤਮ ਸਰੂਪ ਹੈ, ਪਰ ਹਲੇ ਬਾਹਰਲਾ ਸਰੂਪ ਦੇਖ ਕਰਕੇ ਬਾਹਰਲੇ ਸਰੀਰਾਂ ਨਾਲ ਜੁੜੇ ਆ, ਬਾਹਰਲੇ ਪਦਾਰਥਾਂ ਨਾਲ ਜੁੜੇ ਆ। ਜਦੋਂ ਪੂਰੇ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਗੁਰੂ ਉਪਦੇਸ਼ ਦਿੰਦੇ ਨੇ ਕਿ ਜਿਹੜਾ ਤੂੰ ਸੱਚ ਸਮਝ ਕੇ ਬੈਠਾ ਹੈ ਇਹ ਸੱਚ ਨਹੀਂ, ਜੋ ਕੁਝ ਦਿਸਦਾ ਇਹ ਝੂਠ ਹੈ, ਇੱਕ ਪ੍ਰਭੂ ਦਾ ਨਾਮ ਹੀ ਸੱਚਾ ਹੈ। ਫਿਰ ਨਾਮ ਜਿਹੜਾ ਹਿਰਦੇ ਵਿੱਚ ਘਰ ਕਰਦਾ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਬ੍ਰਹਮਦਾਸ ਨੂੰ ਉਪਦੇਸ਼ ਦੇਣਗੇ, ਇਹਦੇ ਅੰਦਰ ਵੀ ਇੱਛਾ ਜਾਗੇਗੀ ਕਿ ਸਤਿਗੁਰੂ ਕਿਰਪਾ ਕਰੋ, ਫਿਰ ਮੇਰੇ ਤੇ ਰਹਿਮਤ ਕਰੋ, ਮੈਂ ਵੀ ਪੂਰਾ ਗੁਰੂ ਧਾਰਨ ਕਰ ਲਾਂ। ਤੇ ਫਿਰ ਸਤਿਗੁਰੂ ਜਿਸ ਤਰ੍ਹਾਂ ਕੌਤਕ ਵਰਤਾਉਣਗੇ, ਸਾਰੀ ਸਿੱਖਿਆ ਦੇਣਗੇ। ਇਹ ਉਪਦੇਸ਼ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇਸ ਤੋਂ ਬਾਅਦ ਸਤਿਗੁਰੂ ਅੱਗੇ ਜਾਣਗੇ, ਵਲੀ ਕੰਧਾਰੀ ਦਾ ਉਦਾਰ ਕਰਨਾ ਹੈ। ਰਹਿੰਦੇ ਪ੍ਰਸੰਗ ਦੇ ਵਿੱਚ ਆਪਾਂ ਇਹ ਵਿਚਾਰ ਸਰਵਣ ਕਰਾਂਗੇ। ਇੱਥੋਂ ਤੱਕ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਜੋ ਉਪਦੇਸ਼ ਸਤਿਗੁਰੂ ਸਾਡੀ ਝੋਲੀ ਪਾਉਂਦੇ ਹਨ, ਦਿੱਤਾ ਸਤਿਗੁਰਾਂ ਦਾ ਉਪਦੇਸ਼ ਹਿਰਦਿਆਂ 'ਚ ਘਰ ਕਰ ਜਾਵੇ। ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਆਓ ਦੋ ਪੰਕਤੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਪੂਰਬ ਪੁੰਨ ਪੁੰਜ ਹਵੈ ਜਬ ਹੀ। ਮਿਲਹਿ ਕਿਰਪਾ ਕਰ ਸਤਿਗੁਰ ਤਬ ਹੀ। ਨਿਜ ਸਰੂਪ ਕੋ ਦੇਹ ਦਿਖਾਈ। ਪਰਮ ਕਰਮ ਤੇ ਲੇਹ ਛੁਡਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।